808 722 7698 ਦੇ ਉੱਤੇ। ਸੋ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਬਹੁਤ ਸਾਰੇ AM ਤੇ FM ਸਟੇਸ਼ਨਸ ਨਾਲ ਦੀ ਨਾਲ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ, ਸੁਣਦੇ ਹੋ। ਕਦੇ ਕਦੇ ਅਸੀਂ ਰਿਮਾਈਂਡ ਕਰਾਉਂਦੇ ਰਹਿੰਦੇ ਆ ਕਿਹੜੇ ਕਿਹੜੇ ਸਟੇਸ਼ਨ ਸਾਡੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਹੈਗੇ ਆ। ਸੈਨ ਹੋਜ਼ੇ ਬੇ ਏਰੀਏ ਦੇ ਵਿੱਚ 1170 AM ਤੇ 99.3 FM, ਇਹ ਸੈਨ ਫਰਾਂਸਿਸਕੋ ਬੇ ਏਰੀਏ ਦਾ ਸਭ ਤੋਂ ਵੱਡਾ ਰੇਡੀਓ ਸਟੇਸ਼ਨ ਆ, 50,000 ਵਾਟ ਦਾ। 1170 AM ਕਾਰਾਂ ਚਲਾ ਲਓ ਤੇ ਤੁਸੀਂ ਇੱਧਰ ਸੈਕਰਾਮੈਂਟੋ, ਜੁੱਬਾ ਸਿਟੀ ਤਾਈਂ, ਮੋਡੈਸਟੋ, ਸਟਾਕਟਨ, ਈਵਨ ਮਰਸਡ ਤਾਈਂ, ਤੇ ਇੱਧਰ ਗਿਲਰਾਏ ਤੋਂ ਅੱਗੇ ਮੋਨੋਰੇ ਤਾਈਂ, ਤੇ ਬੇ ਏਰੀਏ ਦਾ ਸਾਰਾ ਜਿਹੜਾ ਏਰੀਆ ਆ ਇਸ ਨੂੰ ਕਵਰ ਕਰਦਾ ਹੈਗਾ। ਇਸ ਤੋਂ ਅੱਗੇ ਜੇ ਜੁੱਬਾ ਸਿਟੀ ਤੋਂ ਚੱਲ ਪਈਏ, ਲੋਕਲੀ ਜੁੱਬਾ ਸਿਟੀ ਦੇ ਵਿੱਚ 1450 AM ਤੇ 96.5 FM, ਇਹ ਜੁੱਬਾ ਸਿਟੀ ਜਿਹੜਾ ਆ ਮੈਰੀਜ਼ਵਿਲ, ਗ੍ਰਿਡਲੀ, ਉਹ ਸਾਰੇ ਏਰੀਏ ਨੂੰ ਕਵਰ ਕਰਦਾ ਹੈਗਾ ਸੈਕਰਾਮੈਂਟੋ ਤਾਈਂ। ਉਸ ਤੋਂ ਅੱਗੇ ਫਿਰ ਸੈਕਰਾਮੈਂਟੋ ਆ ਜਾਂਦਾ। ਸੈਕਰਾਮੈਂਟੋ ਦੇ ਵਿੱਚ ਤੁਸੀਂ 1470 AM ਤੇ 105.9 FM, ਇਹ ਤੁਸੀਂ ਸੁਣ ਸਕਦੇ ਹੋ। ਇੱਧਰ ਡਿਕਸਨ ਤਾਈਂ, ਪਰੇ ਫੋਲਸਮ ਤੱਕ, ਤੇ ਜੇ ਸੱਜੇ ਪਾਸੇ ਨੂੰ ਆ ਜਾਈਏ ਇੱਧਰ ਲੋਡ ਆਈ ਤੱਕ ਜਿਹੜਾ ਕਲੀਅਰ ਸੁਣਦਾ ਹੈਗਾ। ਸੋ ਲੋਡ ਆਈ ਦੇ ਅੱਗੇ ਆ ਕੇ ਤੁਹਾਡਾ ਜਿਹੜਾ ਸਟੇਸ਼ਨ ਉਹ ਸਾਡਾ ਸਟਾਕਟਨ ਲੋਡ ਆਈ ਵਾਲਾ ਆ ਜਾਂਦਾ 1570 AM। ਇਹ ਸਟਾਕਟਨ ਏਰੀਏ ਤਾਈਂ, ਮਰਸਡ ਤਾਈਂ, ਮੰਟੀਕੇ ਤਾਈਂ ਪੂਰਾ ਸੁਣ ਸਕਦੇ ਹੈਗੇ ਆ। ਉਸ ਤੋਂ ਅੱਗੇ ਫਿਰ ਮੋਡੈਸਟੋ ਦੇ ਸਾਡੇ 3 ਸਟੇਸ਼ਨ ਆ ਜਾਂਦੇ ਆ। ਮੋਡੈਸਟੋ ਦੇ ਵਿੱਚ 920 AM ਤੇ 107.1 FM ਮੰਟੀਕਾ ਦੇ ਵਿੱਚ, 92.3 FM ਮੋਡੈਸਟੋ ਦੇ ਵਿੱਚ। ਇਹ ਸਾਰਾ ਏਰੀਆ ਜਿਹੜਾ ਟ੍ਰੇਸੀ, ਸਟਾਕਟਨ, ਮੋਡੈਸਟੋ ਤੇ ਇਹ ਚੱਲ ਜਾਂਦਾ ਹੈਗਾ ਲਗਭਗ ਲਿਵਿੰਗਸਟਨ ਲੰਘ ਕੇ ਅੱਗੇ ਅਟਵਾਟਰ, ਮਰਸਡ, ਉਸ ਏਰੀਏ ਤੱਕ ਸਾਰਾ ਇਹ ਏਰੀਆ ਜਿਹੜਾ ਆ ਕਵਰ ਕਰ ਲੈਂਦਾ ਆ। ਉਸ ਤੋਂ ਅੱਗੇ ਸਾਡਾ ਫ੍ਰਿਜ਼ਨੋ ਦਾ ਸਟੇਸ਼ਨ ਆ ਜਾਂਦਾ 1300 AM 104.5 FM ਫ੍ਰਿਜ਼ਨੋ ਦਾ। ਇਹ ਚੌਚਲਾ ਜਾਂ ਮਰਸਡ ਤੋਂ ਲੈ ਕੇ ਆਪਾਂ ਕਹਿ ਸਕਦੇ ਆ ਡਲੀਨੋ ਤੱਕ ਉਹ ਸਾਰਾ ਏਰੀਆ ਜਿਹੜਾ ਆ ਕਵਰ ਕਰਦਾ ਹੈਗਾ ਆ। ਉਸ ਤੋਂ ਅੱਗੇ ਬੇਕਰਸਫੀਲਡ ਦਾ ਸਟੇਸ਼ਨ ਆ ਜਾਂਦਾ, ਜਿਹੜਾ ਬੇਕਰਸਫੀਲਡ ਦੇ ਵਿੱਚ 1350 AM ਤੇ 107.5 FM ਹੈਗਾ ਆ। ਸੋ ਇਹ ਜਿਹੜੀਆਂ ਪਹਾੜੀਆਂ ਹੈਗੀਆਂ ਲਾਸ ਐਂਜਲਸ ਦੀਆਂ, ਉੱਥੇ ਤੱਕ ਸਾਰੀ ਜਿਹੜੀ ਕਵਰੇਜ ਕਰਦਾ ਹੈਗਾ। ਸੋ 99 ਤੇ ਬੇ ਏਰੀਏ 'ਚ ਸਾਰੇ ਜਿਹੜੇ ਏਰੀਆ ਆ ਇਹ ਕਾਰਾਂ ਦੇ ਵਿੱਚ ਕਵਰ ਆ। ਬਹੁਤ ਵਾਰ ਸਾਨੂੰ ਕਾਲਾਂ ਆਉਂਦੀਆਂ ਰਹਿੰਦੀਆਂ ਰੇਡੀਓ ਸਟੇਸ਼ਨ ਤੇ। ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਫੇਸਬੁੱਕ ਦੇ ਉੱਤੇ ਫਰੰਟ ਦੇ ਉੱਤੇ ਜਿਹੜੀਆਂ ਸਾਰੀਆਂ ਫ੍ਰੀਕੁਐਂਸੀਆਂ ਪਾਈਆਂ ਹੋਈਆਂ ਆ। ਜਦੋਂ ਕਿਤੇ ਤੁਸੀਂ ਏਰੀਆ ਚੇਂਜ ਕਰਦੇ ਆ, ਲੌਂਗ ਡਰਾਈਵ ਤੇ ਜਾ ਰਹੇ ਹੈਗੇ ਆ, ਤੇ ਇਹ ਉੱਥੋਂ ਦੇਖ ਕੇ ਤੇ ਤੁਸੀਂ ਜਿਹੜਾ ਸਵਿਚ ਕਰ ਸਕਦੇ ਹੋ। ਤੇ ਬਾਕੀ ਤੁਸੀਂ YouTube ਤੇ, ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਟਿਕਟੌਕ ਤੇ ਵੀ ਹੁੰਦੀਆਂ ਸਾਡੀਆਂ ਵੀਡੀਓਜ਼ ਬਹੁਤ ਸਾਰੀਆਂ, ਉਹ ਸਾਰੀਆਂ ਜਿਹੜੀਆਂ ਤੁਹਾਨੂੰ ਆਪਾਂ ਸ਼ੇਅਰ ਕਰਦੇ ਰਹਿੰਦੇ ਹੈਗੇ ਆ ਜੀ। ਬਿਲਕੁਲ। ਸੋ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਇਹ ਲੱਗ ਰਿਹਾ ਵੀ ਜਿਹੜੀ ਗਵਰਨਮੈਂਟ ਸ਼ਟਡਾਊਨ ਆ ਇਹ ਕਾਫੀ ਲੰਮਾ ਸਮਾਂ ਚੱਲੇਗੀ। ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਲੇ ਆਫ ਹੋਣਗੀਆਂ। ਅੱਜ ਤੀਜਾ ਦਿਨ ਆ ਸ਼ਟਡਾਊਨ ਦਾ। ਫੈਡਰਲ ਗਵਰਨਮੈਂਟ ਰਿਮੇਨਸ ਸ਼ਟਡਾਊਨ, ਤੇ ਕਿਉਂਕਿ ਡੈਡਲੌਕਡ ਆ ਕਾਂਗਰਸ, ਹਜੇ ਤੱਕ ਕੋਈ ਵੀ ਜਿਹੜੀ ਕਿਸੇ ਵੀ ਸਿੱਟੇ ਤੇ ਨਹੀਂ ਪਹੁੰਚੀ ਹੈਗੀ। ਨਿਊ ਵੋਟ, ਸੇਮ ਐਕਸਪੈਕਟ ਰਿਜ਼ਲਟਸ, ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਤੇ ਇਸ ਸਾਰੇ ਕਾਸੇ ਦੇ ਵਿੱਚ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਡੈਮੋਕ੍ਰੇਟਸ ਨੂੰ ਬਲੇਮ ਕਰ ਰਿਹਾ, ਤੇ ਡੈਮੋਕ੍ਰੇਟਸ ਇਹ ਕਹਿ ਰਹੇ ਹੈਗੇ ਆ ਵੀ ਭਾਈ ਹੁਣ ਜਿਹੜੀ ਕਾਂਗਰਸ ਵੀ, ਸੈਨੇਟ ਵੀ ਤੇ ਪ੍ਰੈਜ਼ੀਡੈਂਟ ਵੀ, ਉਹ ਸਾਰੇ ਇੱਕ ਪਾਰਟੀ ਦੇ ਕੋਲ ਹੀ ਆ। ਹੁਣ ਸਾਨੂੰ ਨਹੀਂ ਬਲੇਮ ਕਰਨਾ ਚਾਹੀਦਾ ਹੈਗਾ। ਤੇ GOP ਦੀ ਜਿਹੜੀ ਲੀਡਰਸ਼ਿਪ ਆ ਉਹ ਡੈਮੋਕ੍ਰੇਟਸ ਨੂੰ ਬਲੇਮ ਕਰ ਰਹੇ ਆ ਗਵਰਨਮੈਂਟ ਸ਼ਟਡਾਊਨ ਦੇ ਲਈ। ਪਰ ਜਿਹੜੇ ਡੈਮੋਕ੍ਰੇਟਸ ਉਹ ਕਹਿ ਰਹੇ ਆ ਵੀ ਸਾਡਾ ਜਿਹੜਾ ਹੈਲਥ ਕੇਅਰ ਦਾ ਹੈਗਾ ਆ ਫੰਡਿੰਗ, ਉਸ ਨੂੰ ਲੈ ਕੇ ਆ, ਖਾਸ ਕਰਕੇ ਓਬਾਮਾ ਕੇਅਰ ਨੂੰ, ਜੇ ਉਹ ਫੰਡਿੰਗ ਨਹੀਂ ਹੁੰਦੀ ਤਾਂ ਲੋਕਾਂ ਦੇ ਜਿਹੜੇ ਰੇਟਸ ਆ ਬਹੁਤ ਜ਼ਿਆਦਾ ਹਾਈ ਹੋ ਜਾਣੇ ਆ। ਤੇ ਲੋਕ ਜਿਹੜੀਆਂ ਆ ਜਿਨ੍ਹਾਂ ਨੂੰ ਸਬਸਿਡੀ ਮਿਲਦੀ ਹੈਗੀ ਓਬਾਮਾ ਕੇਅਰ ਦੀ, ਉਹ ਨਹੀਂ ਮਿਲੂਗੀ ਤੇ ਲੋਕ ਹੈਲਥ ਇੰਸ਼ੋਰੈਂਸ ਅਫੋਰਡ ਨਹੀਂ ਕਰ ਸਕਣਗੇ। ਤੇ ਜਿਹੜੇ ਜੈਫਰੀਜ਼ ਆ, ਹਾਊਸ ਮਿਨੋਰਿਟੀ ਲੀਡਰ ਹਕੀਮ ਜੈਫਰੀਜ਼, ਉਹਨਾਂ ਨੇ ਰਿਪਬਲਿਕਨਸ ਦਾ ਇਹ ਕਲੇਮ ਕਿ ਡੈਮੋਕ੍ਰੇਟਸ ਆਰਗੂ ਕਰ ਰਹੇ ਆ ਵੀ ਸਾਡੀ ਹੈਲਥ ਕੇਅਰ ਨੂੰ ਫੰਡ ਕਰੋ ਫॉर ਅਨਡਾਕੂਮੈਂਟਡ ਇਮੀਗ੍ਰੈਂਟਸ, ਇਹ ਕਹਿੰਦੇ ਟੋਟਲੀ ਝੂਠ ਹੈਗਾ ਆ। ਅਸੀਂ ਕਿਤੇ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਲਈ ਕਿਸੇ ਤਰ੍ਹਾਂ ਦੀ ਜਿਹੜੀ ਫੰਡਿੰਗ ਆ ਉਹ ਨਹੀਂ ਮੰਗ ਰਹੇ ਹੈਗੇ। ਆਲਰੇਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫੈਡਰਲ EMPLOYEES ਆ ਉਹਨਾਂ ਨੂੰ ਫਰਲੋ ਕਰ ਦਿੱਤਾ ਗਿਆ ਹੈਗਾ ਇਸ ਦੇ ਦੌਰਾਨ। ਤੇ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਆ, ਬਹੁਤ ਸਾਰੇ ਜਿਹੜੀਆਂ ਡਿਪਾਰਟਮੈਂਟਸ ਆ
ਜਿਹੜੀਆਂ ਐਮਰਜੈਂਸੀ ਹੈਗੀਆਂ ਆ ਉੱਥੇ EMPLOYE ਕੰਮ ਵੀ ਕਰ ਰਿਹਾ ਪਰ ਉਹਨਾਂ ਨੂੰ ਜਿਹੜੀ ਤਨਖਾਹ ਨਹੀਂ ਮਿਲੇਗੀ ਜਦੋਂ ਤੱਕ ਜਿਹੜਾ ਆ ਇਹ ਐਗਰੀਮੈਂਟ ਨਹੀਂ ਹੋ ਜਾਂਦਾ ਤੇ ਕਾਂਗਰਸ ਫੰਡਿੰਗ ਅਪਰੂਵ ਨਹੀਂ ਕਰਦੀ ਹੈਗੀ। ਜੀ ਬਿਲਕੁਲ। ਸੋ ਸ਼ਟਡਾਊਨ ਦਾ ਜਿਹੜਾ ਡਾਂਸ ਆ ਉਹ ਚੱਲ ਰਿਹਾ ਆ। ਸੋ ਕੈਪੀਟਲ ਦੇ ਵਿੱਚ ਜਿਹੜਾ ਕੋਈ ਅਜੇ ਗੱਲਬਾਤ ਅੱਗੇ ਵੱਧਦੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਤੇ ਜਿਹੜੇ GOP ਵਾਲੇ ਆ ਉਹ ਡੈਮੋਕ੍ਰੇਟਸ ਦੀ ਡੈਸਪਰੇਸ਼ਨ ਦੇ ਉੱਤੇ ਕਹਿੰਦੇ ਵੀ ਇਸ ਟਾਈਮ ਇੱਕ ਹਿਸਾਬ ਦੇ ਨਾਲ ਮਨੀ ਲਾ ਰਹੇ ਆ। ਵੀ ਕਹਿਣ ਦਾ ਭਾਵ ਵੀ ਡੈਮੋਕ੍ਰੇਟਸ ਜ਼ਿਆਦਾ ਜਿਹੜੇ ਆਪਣੇ ਆਪ ਨੂੰ ਮਹਿਸੂਸ ਕਰਨਗੇ ਵੀ ਸਾਡੇ ਕਰਕੇ ਹੋਇਆ। ਜਿਹੜਾ ਇਸ ਟਾਈਮ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਦੂਜੇ ਦੇ ਉੱਤੇ ਤਹਿਮਤ ਜਿਹੜੀ ਉਹ ਲਾ ਰਹੇ ਆ ਵੀ ਡੈਮੋਕ੍ਰੇਟ ਇਵੈਂਚੁਅਲੀ ਜਿਹੜੇ ਆ ਉਹ ਇਸ ਦੇ ਵਿੱਚ ਡੀਲ ਜਿਹੜੀ ਉਹ ਬਣਾ ਲੈਣਗੇ। ਸੋ ਕਹਿੰਦੇ ਵੀ ਜਿਹੜਾ ਸੈਨੇਟ ਦੇ ਵਿੱਚ ਪਿਛਲੇ ਹਫਤੇ ਲਾਸਟ ਚਾਂਸ ਸੀਗਾ ਸ਼ਟਡਾਊਨ ਜਿਹੜਾ ਉਹ ਰੋਕਣ ਦਾ, ਉਦੋਂ ਤਣ ਪੱਤਣ ਜਿਹੜੀ ਉਹ ਗੱਲ ਨਹੀਂ ਲੱਗੀ। ਸੈਨੇਟ ਦੇ ਮੈਜੋਰਟੀ ਲੀਡਰ ਜੌਨ ਥੂਨ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਆਵਾਂਗੇ ਵਾਪਸ ਤੇ ਵੋਟ ਕਰਾਂਗੇ ਮੰਡੇ ਨੂੰ। ਸੋ ਵੀਕਐਂਡ ਦੇ ਵਿੱਚ ਵੀ ਲੱਗਦਾ ਆ ਵੀ ਹੁਣ ਕੋਈ ਇਹ ਵੋਟ ਇਸ ਦੇ ਬਹਾਲੀ ਦੇ ਲਈ ਨਹੀਂ ਹੋਊਗੀ। ਫਰਾਈਡੇ ਨੂੰ ਵੀ ਜਿਹੜੀ ਅੱਜ ਦੇ ਦਿਨ ਜਿਹੜੀ ਇਹਨਾਂ ਨੇ ਵੋਟ ਪਾਉਣ ਦੀ ਕੋਸ਼ਿਸ਼ ਰੱਖੀ ਆ, ਕਹਿੰਦੇ ਵੀ ਉਹ ਵੀ ਸ਼ਾਇਦ ਫੇਲ ਹੀ ਜਿਹੜੀ ਉਹ ਹੋ ਜਾਊਗੀ। ਸੋ ਇਹ ਹੁਣ ਉਸ ਚੀਜ਼ ਦੇ ਉੱਤੇ ਅੰਦਾਜ਼ਾ ਲਾ ਰਹੇ ਆ ਜਾਂ ਮਨੀ ਲਾ ਰਹੇ ਆ ਵੀ ਹਾਂ ਭਾਈ ਇਵੈਂਚੁਅਲੀ ਡੈਮੋਕ੍ਰੇਟਸ ਨੂੰ ਇਸ ਦੇ ਵਿੱਚ ਜਿਹੜਾ ਸਾਥ ਆ ਉਹ ਦੇਣਾ ਹੀ ਪੈ ਸਕਦਾ ਆ। ਕੁਛ ਕੁ ਟੁੱਟਵੇਂ ਇਹਨਾਂ ਨੂੰ ਜਿਹੜੇ ਡੈਮੋਕ੍ਰੇਟ ਚਾਹੀਦੇ ਆ, ਸਾਰੇ ਦੇ ਸਾਰੇ ਚਾਹੀਦੇ ਵੀ ਨਹੀਂ ਆ। ਕੁੱਲ 60 ਵੋਟਾਂ ਜਿਹੜੀਆਂ ਉਹ ਇਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ ਆ। ਮੈਨੂੰ ਲੱਗਦਾ 52-53 ਰਿਪਬਲਿਕਨਸ ਦੇ ਕੋਲ ਮੈਜੋਰਿਟੀ ਜਿਹੜੀ ਹੈਗੀ ਆ। ਸੋ 7 ਜਾਂ 8 ਘੱਟੋ ਘੱਟ ਜਿਹੜੇ ਇਹਨਾਂ ਨੂੰ ਡੈਮੋਕ੍ਰੇਟਸ ਦਾ ਜਿਹੜਾ ਉਹ ਸਾਥ ਚਾਹੀਦਾ ਜਿਹੜਾ ਉਹ ਹੋਵੇਗਾ। ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਕਾਕਸ ਦਾ ਆਪਣਾ ਜਿਹੜਾ ਉਹ ਲੰਚ ਦੇ ਲਈ ਮਿਲਣਗੇ ਤੇ ਕਹਿੰਦੇ ਵੀ ਇਹ ਇੱਕ ਮੌਕਾ ਹੋਊਗਾ ਸਟ੍ਰੈਟਜੀ ਨੂੰ ਡਿਸਕਸ ਕਰਨ ਦਾ, ਗੱਲਬਾਤ ਕਰਨ ਦਾ ਵੀ ਭਾਈ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਵਧਣਾ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਅੱਗੇ ਗੱਲ ਜਿਹੜੀ ਉਹ ਜਾਂਦੀ ਆ। ਸੋ ਹਾਲ ਦੀ ਘੜੀ ਕੋਈ ਮਿਡਲ ਗਰਾਊਂਡ ਦੋਨਾਂ ਪਾਰਟੀਆਂ ਦੇ ਵਿਚਾਲੇ ਜਿਹੜੀ ਉਹ ਨਹੀਂ ਬਣ ਰਹੀ। ਹਾਂ, ਤੋਮਤਬਾਜ਼ੀ ਜਿਹੜੀ ਜ਼ਰੂਰ ਉਹ ਟੌਪ ਦੀ ਇੱਕ ਦੂਜੇ ਦੇ ਉੱਤੇ ਜਿਹੜੀ ਉਹ ਜ਼ਰੂਰ ਕੀਤੀ ਜਾ ਰਹੀ ਹੈਗੀ ਆ। ਸੋ ਅੱਜ ਉਹਦਾ ਕਾਂਗਰਸ ਹਰਜੋਤ ਸਿੰਘ ਜੀ ਦੁਬਾਰਾ ਸੈਸ਼ਨ ਦੇ ਵਿੱਚ ਆ, ਪਰ ਕੋਈ ਨਤੀਜਾ ਨਿਕਲੂਗਾ ਇਸ ਦੀ ਸੰਭਾਵਨਾ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਕਹਿ ਲਓ ਵੀ ਜ਼ੀਰੋ ਦੇ ਨਜ਼ਦੀਕ ਹੀ ਜਿਹੜੀ ਆ ਉਹ ਹੈਗੀ ਆ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਆ ਜੌਨਸਨ, ਉਹਨਾਂ ਨੇ ਕਿਹਾ ਵੀ ਕੁਝ ਨੈਗੋਸ਼ੀਏਟ ਕਰਨ ਨੂੰ ਹੈ ਹੀ ਨਹੀਂ, ਦੇਰ ਇਜ਼ ਨਥਿੰਗ ਟੂ ਨੈਗੋਸ਼ੀਏਟ। ਉਹਨਾਂ ਦੇ ਨਾਲ ਜਿਹੜੇ ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹ ਖੜੇ ਜਿਹੜੇ ਉਹ ਨਜ਼ਰ ਆ ਰਹੇ ਸੀਗੇ। ਸੋ ਜੇ ਉਹ ਇਹ ਮੰਨਦੇ ਆ ਵੀ ਨੈਗੋਸ਼ੀਏਟ ਕਰਨ ਨੂੰ ਹੀ ਕੁਛ ਨਹੀਂ ਆ ਤਾਂ ਫਿਰ ਲੱਗਦਾ ਨਹੀਂ ਵੀ ਇਹ ਜਿਹੜਾ ਸਟੇਲਮੇਟ ਆ ਜਲਦੀ ਕਿਤੇ ਜਿਹੜਾ ਉਹ ਟੁੱਟਣ ਵਾਲਾ ਹੈਗਾ ਆ। ਸੋ ਦੋਨੋਂ ਹੀ ਪਾਰਟੀਆਂ ਆਪੋ ਆਪਣੀ ਪੋਜੀਸ਼ਨਸ ਦੇ ਉੱਤੇ ਜਿਹੜੀਆਂ ਉਹ ਲੱਗੀਆਂ ਹੋਈਆਂ ਆ, ਡਟੀਆਂ ਹੋਈਆਂ ਆ ਵੀ ਅਸੀਂ ਇਸ ਦੇ ਵਿੱਚ ਕਹਿੰਦੇ ਵੀ ਉਹ ਠੀਕ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ ਜੀ। ਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚੱਲੀਏ ਤੇ ਸ਼ਿਕਾਗੋ ਦੇ ਵਿੱਚ ਜਿਹੜੀ ਗਵਰਨਮੈਂਟ ਹੁਣ ਫਰੀਜ਼ ਕਰਕੇ ਕਹਿੰਦੇ ਸ਼ਿਕਾਗੋ ਦਾ ਜਿਹੜਾ ਇਨਫਰਾਸਟ੍ਰਕਚਰ ਪ੍ਰੋਜੈਕਟ ਸੀਗੇ ਉਹ ਸਾਰੇ ਹੁਣ ਸ਼ਟਡਾਊਨ ਹੋ ਜਾਣੇ ਕਿਉਂਕਿ ਫੈਡਰਲ ਗਵਰਨਮੈਂਟ ਨੇ $2.1 ਬਿਲੀਅਨ ਦਾ ਜਿਹੜਾ ਫਰੀਜ਼ ਆ ਉਹ ਕਰ ਦਿੱਤਾ ਹੈ। ਇਹ ਵਾਈਟ ਹਾਊਸ ਵੱਲੋਂ ਖਬਰ ਆ ਰਹੀ ਹੈਗੀ ਆ। ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਡਾਇਰੈਕਟਰ ਰੂਸਲ ਬੌਟ ਉਹਨਾਂ ਨੇ ਅਨਾਉਂਸ ਕੀਤਾ ਇਹ ਤੀਜੇ ਦਿਨ ਗਵਰਨਮੈਂਟ ਸ਼ਟਡਾਊਨ ਵਾਲੇ ਦਿਨ ਵੀ ਅਸੀਂ ਜਿਹੜੇ ਫੈਡਰਲ ਫੰਡਸ ਆ ਉਹਨਾਂ ਨੂੰ ਫਰੀਜ਼ ਕਰਨ ਜਾ ਰਹੇ ਹੈਗੇ ਆ। ਇਹ ਸਾਰੇ ਪ੍ਰੋਜੈਕਟਸ ਦੇ ਵਿੱਚ ਰੈੱਡ ਲਾਈਨ ਐਕਸਟੈਂਸ਼ਨ, ਰੈੱਡ ਐਂਡ ਪਰਪਲ ਮਾਡਰਨਾਈਜੇਸ਼ਨ ਪ੍ਰੋਜੈਕਟ ਇਹ ਸਾਰੇ ਜਿਹੜੇ ਅਫੈਕਟ ਹੋਣਗੇ। ਰੈੱਡ ਲਾਈਨ ਐਕਸਟੈਂਸ਼ਨ ਤੇ ਰੈੱਡ ਤੇ ਪਰਪਲ ਮਾਡਰਨਾਈਜੇਸ਼ਨ ਪ੍ਰੋਜੈਕਟ ਜਿਹੜੇ ਆ ਇਹ ਕਾਫੀ ਲੰਮੇ ਸਮੇਂ ਤੋਂ ਜਿਹੜਾ ਆ ਚੱਲ ਰਹੇ ਸੀਗੇ। ਨਿਊਯਾਰਕ ਦੇ ਜਿਹੜੇ ਇਨਫਰਾਸਟ੍ਰਕਚਰ ਫੰਡਿੰਗ ਆ ਉਹ ਵੀ ਜਿਹੜੇ ਫਰੀਜ਼ ਕੀਤੇ ਗਏ ਹੈਗੇ ਆ। $18 ਬਿਲੀਅਨ ਦੀ ਉਹ ਜਿਹੜੀ ਫੰਡਿੰਗ ਹੈਗੀ ਆ ਦੋ ਪ੍ਰੋਜੈਕਟਸ ਦੀ। ਸੋ ਬਹੁਤ ਸਾਰੇ ਜਿਹੜੇ ਅਮਰੀਕਨਸ ਆ ਜਿਨ੍ਹਾਂ ਦੇ ਵਿੱਚ ਰਿਪਬਲਿਕਨਸ ਵੀ ਆ ਉਹ ਇਹ ਕਹਿ ਰਹੇ ਆ ਵੀ ਜਿਹੜੀਆਂ ਅਵਾਮਾ ਕੇਅਰ ਦੀਆਂ ਸਬਸਿਡੀਜ਼ ਆ ਉਹ ਐਕਸਟੈਂਡ ਕਰਨੀਆਂ ਚਾਹੀਦੀਆਂ। ਸੋ ਸਰੋਤਿਆਂ ਨੂੰ ਦੱਸ ਦਈਏ ਜਿਹੜੀ ਆਪਾਂ ਹੈਲਥ ਇੰਸ਼ੋਰੈਂਸ ਲੈਂਦੇ ਆ ਹੁਣ ਨਵੰਬਰ ਮਹੀਨੇ 'ਚ ਐਪਲੀਕੇਸ਼ਨਾਂ ਸ਼ੁਰੂ ਹੋਣੀਆਂ ਦੁਬਾਰਾ ਕਿ ਫਿਰ ਚਾਹੇ ਤੁਸੀਂ ਨਵੀਆਂ ਕਰਦੇ ਜਾਂ ਰੀਨਿਊ ਕਰਦੇ ਉਹਦੇ ਵਿੱਚ ਜਿਹੜੀ ਸਬਸਿਡੀ ਹੁੰਦੀ ਆ ਤੁਹਾਨੂੰ ਪਤਾ ਵੀ ਕਈ ਵਾਰੀ $1000 ਦੇ ਹਿਸਾਬ ਨਾਲ ਹੁੰਦੀ ਆ। ਕਿਸੇ ਦਾ ਪ੍ਰੀਮੀਅਮ
$2500 ਹੁੰਦਾ ਤੇ ਤੁਸੀਂ $100 ਹੀ ਪੇ ਕਰਦੇ, $2400 ਗਵਰਨਮੈਂਟ ਐਵਰੀ ਮੰਥ ਪੇ ਕਰਦੀ ਆ। ਐਗਜ਼ਾਮਪਲ ਦੇ ਰਿਹਾ ਮੈਂ। ਸੋ ਉਹ ਜੇ ਫੰਡਿੰਗ ਬੰਦ ਹੁੰਦੀ ਆ ਤੇ ਉਹਦਾ ਜਿਹੜਾ ਬਹੁਤ ਵੱਡਾ ਅਸਰ ਪਊਗਾ। ਸੋ ਈਵਨ ਰਿਪਬਲਿਕਨਸ ਵੀ ਜਿਹੜੇ ਆ ਮੋਰ ਦੈਨ 3/4 ਆਫ ਅਮਰੀਕਨ 75% ਅਮਰੀਕਨਸ ਇਹ ਕਹਿ ਰਹੇ ਆ ਕਿ ਕਾਂਗਰਸ ਨੂੰ ਅਫੋਰਡੇਬਲ ਕੇਅਰ ਐਕਟ ਦਾ ਜਿਹੜਾ ਪ੍ਰੀਮੀਅਮ ਸਬਸਿਡੀਜ਼ ਆ ਉਸ ਨੂੰ ਐਕਸਟੈਂਡ ਕਰਨਾ ਚਾਹੀਦਾ ਹੈਗਾ। ਜੇ ਪਾਰਟੀ ਵਾਈਜ਼ ਦੇਖੀਏ 92% ਡੈਮੋਕ੍ਰੇਟ ਤੇ 82% ਇੰਡੀਪੈਂਡੈਂਟਸ ਇਹ ਕਹਿ ਰਹੇ ਹੈਗੇ ਆ, 59% ਰਿਪਬਲਿਕਨਸ ਤੇ 57% ਜਿਹੜੇ ਹੈਗੇ ਆ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਸਪੋਰਟਰਸ, ਉਹ ਵੀ ਕਹਿ ਰਹੇ ਆ ਵੀ ਇਹ ਜਿਹੜੀਆਂ ਸਬਸਿਡੀਜ਼ ਆ ਇਹਨਾਂ ਨੂੰ ਐਕਸਟੈਂਡ ਕਰਨਾ ਚਾਹੀਦਾ ਹੈਗਾ। ਜੀ ਬਿਲਕੁਲ। ਸੋ ਇਹ ਜਿਹੜੀ ਚੀਜ਼ ਹੈ ਚੱਲ ਰਹੀ ਹੈ। 2 ਦਿਨ ਹੋ ਗਏ ਹਰਜੋਤ ਸਿੰਘ ਜੀ, 2.5 ਦਿਨ ਹੀ ਇਨਫੈਕਟ ਹੋ ਗਏ ਆ ਸ਼ਟਡਾਊਨ ਸਰਕਾਰ ਜਿਹੜੀ ਉਹ ਹੋਈ ਨੂੰ, ਤੇ ਅਜੇ ਕਿਸੇ ਤਰੀਕੇ ਦੇ ਨਾਲ ਕਿਸੇ ਪਾਸੇ ਨੂੰ ਜਿਹੜਾ ਉਹ ਅੱਗੇ ਨਹੀਂ ਵਧਿਆ ਜਾ ਰਿਹਾ। 7.5 ਲੱਖ ਜਿਹੜੇ ਹੈਗੇ ਨੇ ਇੰਪਲੋਈ, ਫੈਡਰਲ ਇੰਪਲੋਈ, ਉਹਨਾਂ ਨੂੰ ਫਰਲੋ ਜਿਹੜਾ ਉਹ ਕੀਤਾ ਗਿਆ ਹੈਗਾ ਆ। ਪ੍ਰੋਜੈਕਟ 2025 ਤੋਂ ਰਾਸ਼ਟਰਪਤੀ ਟਰੰਪ ਹੋਣਾ ਨੇ ਆਪਣਾ ਇੱਕ ਹਿਸਾਬ ਦੇ ਨਾਲ ਖਹਿੜਾ ਛਡਾਉਂਦੇ ਰਹੇ ਆ ਕੈਂਪੇਨ ਦੇ ਦੌਰਾਨ। ਕਹਿੰਦੇ ਵੀ ਮੇਰਾ ਕੋਈ ਇਸ ਦੇ ਨਾਲ ਵਾਹ ਵਾਸਤਾ ਨਹੀਂ ਹੈਗਾ। ਪਰ ਰਸ ਵਾਟ ਜਿਹੜੇ ਇਸ ਟਾਈਮ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਜਿਹੜੇ ਡਾਇਰੈਕਟਰ ਆ, ਉਹ ਪ੍ਰੋਜੈਕਟ 2025 ਫੇਮ ਚੋਂ ਹੀ ਜਿਹੜੇ ਨਿਕਲੇ ਹੋਏ ਨਜ਼ਰ ਜਿਹੜੇ ਉਹ ਹੈਗੇ ਆ। ਤੇ ਹੁਣ ਕੱਲਾ ਇਹੀ ਨਹੀਂ, ਬਹੁਤ ਸਾਰੀਆਂ ਜਿਹੜੀਆਂ ਪ੍ਰੋਜੈਕਟ 2025 ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ, ਉਹਨਾਂ ਨੂੰ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਜਿਹੜਾ ਆ ਉਹ ਹੌਲੀ ਹੌਲੀ ਲਾਗੂ ਕਰ ਰਿਹਾ ਹੈਗਾ ਆ। ਸੋ ਜਿਹੜੀਆਂ ਉਹਨਾਂ ਦੀਆਂ ਪਾਲਿਸੀਜ਼ ਆ, ਕਹਿੰਦੇ ਵੀ ਕਾਫੀ ਜ਼ਿਆਦਾ ਰਿਜ਼ੈਂਬਲ ਕਰਦੀਆਂ ਆ ਪ੍ਰੋਜੈਕਟ 2025 ਦੇ ਉੱਤੇ। ਉਸ ਟਾਈਮ ਦੇ ਉੱਤੇ ਜੇ ਪ੍ਰੋਜੈਕਟ 2025 ਦੇ ਨਾਲ ਆਪਣੇ ਆਪ ਨੂੰ ਜੋੜਦੇ ਸੀ ਤਾਂ ਉਹਨਾਂ ਨੂੰ ਪੁਸ਼ਬੈਕ ਸੀਗੀ ਤੇ ਲੋਕ ਸ਼ਾਇਦ ਸਾਥ ਜਿਹੜਾ ਸ਼ਾਇਦ ਇੰਨਾ ਜਿਹੜਾ ਉਹ ਨਾ ਦਿੰਦੇ। ਪਰ ਹੁਣ ਕਲੀਅਰ ਉਹਨਾਂ ਨੇ ਕਰ ਦਿੱਤਾ ਵੀ ਉਹ ਸਿਰਫ ਜਿਹੜੀ ਡਿਸਟੈਂਸ ਬਣਾਉਣਾ ਸੀ ਵੋਟਾਂ ਹਾਸਲ ਕਰਨ ਦੇ ਲਈ ਹੀ ਕਿਤੇ ਨਾ ਕਿਤੇ ਉਹਨਾਂ ਨੇ ਇਹ ਦਾ ਜਿਹੜਾ ਉਹ ਖੇਡਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਸੋ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਕੋਈ ਵੋਟਸ ਹੋਣਗੀਆਂ ਗਵਰਨਮੈਂਟ ਫੰਡਿੰਗ ਪ੍ਰਪੋਜ਼ਲ ਨੂੰ ਲੈ ਕੇ, ਉਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਕਾਫੀ ਜ਼ਿਆਦਾ ਇਸ ਟਾਈਮ ਚੱਲ ਰਹੇ ਆ। ਪਰ ਅੱਜ ਜਿਹੜੀ ਵੀ ਰਿਪਬਲਿਕਨਸ ਦੇ ਦੁਆਰਾ ਵੋਟ ਲਿਆਂਦੀ ਜਾਣੀ ਆ, ਲੱਗਦਾ ਨਹੀਂ ਵੀ ਸੈਨੇਟ ਡੈਮੋਕ੍ਰੇਟਸ ਨੇ ਉਸ ਦੇ ਵਿੱਚ ਸਾਥ ਜਿਹੜਾ ਉਹ ਦੇਣਾ ਹੈਗਾ ਆ। ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਹੋਈ ਆ, ਜਿਹੜੇ ਕਾਂਗਰਸ ਦੇ ਵਿੱਚ ਇੱਕ ਡੈਮੋਕ੍ਰੇਟ ਜਿੱਤ ਕੇ ਆਈ ਸੀ ਸਪੈਸ਼ਲ ਇਲੈਕਸ਼ਨ 'ਚ, ਉਹਨੂੰ ਸਹੁੰ ਹੀ ਚੁੱਕਣ ਨਹੀਂ ਦਿੱਤੀ ਗਈ। ਮਾਈਕ ਜੌਨਸਨ ਹੋਣਾ ਨੇ, ਰਿਪਬਲਿਕਨਸ ਨੇ ਜਿਹੜਾ ਸਦਨ ਆ ਉਹ ਇੱਕ ਹਿਸਾਬ ਦੇ ਨਾਲ ਬੰਦ ਕਰ ਦਿੱਤਾ ਵੀ ਸਹੁੰ ਨਾ ਚੱਕ ਸਕੇ। ਐਪਸਟੀਨ ਦੇ ਮਾਮਲੇ ਦੇ ਵਿੱਚ ਫਾਈਲਾਂ ਰਿਲੀਜ਼ ਕਰਨ ਦੇ ਮਾਮਲੇ ਦੇ ਵਿੱਚ ਵੋਟ ਪੈਣੀ ਸੀ, ਤੇ ਜੇ ਉਹ ਸਹੁੰ ਚੱਕ ਲੈਂਦੀ ਤਾਂ ਇੱਕ ਵੋਟ ਜਿਹੜੀ ਆ ਰਿਲੀਜ਼ ਕਰਨ ਵਾਲੇ ਪਾਸੇ ਵੱਧ ਜਾਣੀ ਸੀ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਸਦਨ ਦੀਆਂ ਜਿਹੜੀਆਂ ਇਹਨਾਂ ਨੀਤੀਆਂ ਦਾ ਵੀ ਜਿਹੜਾ ਉਹ ਫਾਇਦਾ ਜਿਹੜਾ ਉਹ ਚੱਕਿਆ ਜਾ ਰਿਹਾ ਆ। ਸੋ ਕਾਫੀ ਕੁਛ ਜਿਹੜਾ ਇਸ ਦੇ ਵਿੱਚ ਕਲੀਅਰ ਹੋ ਰਿਹਾ। ਜਿਹੜਾ ਬੰਦਾ ਸੱਤਾ 'ਚ ਹੁੰਦਾ ਹੈ ਉਹ ਫਿਰ ਆਪਣਾ ਜ਼ੋਰ ਕਿਤੇ ਨਾ ਕਿਤੇ ਚਲਾਉਂਦਾ ਆ। ਇਹਦੇ ਵਿੱਚ ਇਹ ਨਾ ਸੋਚਿਆ ਜਾਵੇ ਵੀ ਇਕੱਲੇ ਰਿਪਬਲਿਕਨਸ ਹੀ ਹੈਗੇ ਆ ਤੇ ਕਿਤੇ ਡੈਮੋਕ੍ਰੇਟ ਦੁੱਧ ਧੋਤੇ ਆ। ਸਾਰੇ ਹੀ ਜਾਣੇ ਜਦੋਂ ਮੌਕਾ ਲੱਗਦਾ ਆ ਤੇ ਇਦਾਂ ਦਾ ਜਿਹੜਾ ਆ ਉਹ ਜ਼ੋਰ ਅਜਮਾਇਸ਼ ਆ ਆਪਣੀ ਗੱਲ ਪਕਾਉਣ ਦੇ ਲਈ ਜਿਹੜਾ ਉਹ ਅਕਸਰ ਕਰ ਲਈ ਜਾਂਦੀ ਆ। ਪਰ ਹੁਣ ਦੇ ਮੌਕੇ ਦੇ ਵਿੱਚ ਹੁਣ ਦਾ ਪ੍ਰਸ਼ਾਸਨ ਜ਼ਰੂਰ ਇਸ ਮਾਮਲੇ 'ਚ ਤੱਤੇ ਪਾਣੀ 'ਚ ਨਾਲ ਦੇ ਨਾਲ ਆ ਰਿਹਾ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਇਲੀਨੋਇਸ ਦੇ ਬਾਹਰ ਪ੍ਰੋਟੈਸਟਰਸ ਜਿਹੜੇ ਕਹਿੰਦੇ ਵੀ ਰੈਲੀ ਜਿਹੜੀ ਉਹ ਕਰ ਰਹੇ ਆ ਆਈਸ ਦੀ ਫੈਸਿਲਿਟੀ ਦੇ ਜਿਹੜੇ ਉਹ ਬਾਹਰ। DHS ਦੀ ਜਿਹੜੀ ਸਕੱਤਰ ਕ੍ਰਿਸਟੀ ਨਿਯੋਮ ਆ, ਉਹ ਕਹਿੰਦੇ ਰੂਫਟਾਪ ਤੋਂ ਚੜ੍ਹ ਕੇ ਜਿਹੜੀ ਉਹ ਦੇਖ ਰਹੀ ਆ ਵੀ ਕੀ ਕੁਛ ਥੱਲੇ ਹੋ ਰਿਹਾ ਹੈਗਾ ਆ। ਕਹਿੰਦੇ ਵੀ ਮਲਟੀਪਲ ਲਾ ਐਨਫੋਰਸਮੈਂਟ ਏਜੰਸੀਜ਼ ਉਹ ਜਿਹੜੇ ਕੁਛ ਦਰਜਨ ਪ੍ਰੋਟੈਸਟਰ ਪਹੁੰਚੇ ਹੋਏ ਆ ਆਈਸ ਦੀ ਜਿਹੜੀ ਫੈਸਿਲਿਟੀ ਸ਼ਿਕਾਗੋ ਦੇ ਨਜ਼ਦੀਕ ਆ ਉਸ ਦੇ ਬਾਹਰ। ਹੁਣ ਤੱਕ ਕਹਿੰਦੇ ਵੀ ਇੱਕ ਜਾਣੇ ਨੂੰ ਐਟਲੀਸਟ ਗ੍ਰਿਫਤਾਰ ਕੀਤਾ ਜਾ ਚੁੱਕਾ ਹੈਗਾ ਆ, ਕਿਉਂਕਿ ਉਸਨੇ ਪੁਲਿਸ ਵਾਲਿਆਂ ਦੀ ਗੱਲ ਨਹੀਂ ਮੰਨੀ। ਡਿਸਓਬੇ ਕਰਨ ਦੇ ਮਾਮਲੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਉਹ ਸੜਕ ਦੇ ਉੱਤੇ ਜਿਹੜਾ ਪ੍ਰੋਟੈਸਟਰ ਆ ਉਹ ਉੱਥੇ ਹੀ ਬੈਠਾ ਰਿਹਾ ਤੇ ਕਹਿੰਦੇ ਵੀ ਬਾਰ-ਬਾਰ ਕਹਿਣ ਦੇ ਉੱਤੇ ਵੀ ਉੱਥੋਂ ਉੱਠਿਆ ਨਹੀਂ, ਵਾਰਨਿੰਗ ਦੇਣ ਦੇ ਬਾਵਜੂਦ ਵੀ। ਤੇ ਫਿਰ ਇਵੈਂਚੁਅਲੀ ਜਿਹੜੇ ਆ ਕੁੱਕ ਕਾਊਂਟੀ ਸ਼ੈਰਿਫ ਡਿਪਟੀ ਤੇ ਜਿਹੜੇ ਪੁਲਿਸ ਆਫਿਸਰ ਆ, ਬ੍ਰੌਡਵੀ ਪੁਲਿਸ ਆਫਿਸਰਸ, ਉਹਨਾਂ ਨੇ ਇਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਆ। ਸੋ
ਬਰੌਡਵਿਊ ਪੁਲਿਸ ਆਫਿਸਰ, ਕੁੱਕ ਕਾਉਂਟੀ ਦੇ ਜਿਹੜੇ ਸ਼ੈਰਿਫ ਦੇ ਡਿਪਟੀਜ਼ ਆ, ਉਹ ਇਸ ਟਾਈਮ ਪ੍ਰੋਟੈਸਟਰਸ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਕਹਿੰਦੇ ਵੀ ਲਾਈਨ ਬਣਾ ਕੇ ਜਿਹੜੇ ਉੱਥੇ ਖੜੇ ਹੈਗੇ ਆ। ਕਈ ਜਿਹੜੇ ਕਾਫੀਆਂ ਨੇ ਜਿਹੜੇ ਗੈਸ ਮਾਸਕ ਪਾਏ ਆ, ਜਦੋਂ ਅਕਸਰ ਅਥਰੂ ਵਾਲੇ ਜਿਹੜੇ ਗੋਲੇ ਆ ਉਹ ਸੁੱਟੇ ਜਾਂਦੇ ਆ ਜਾਂ ਕੁਛ ਇੱਦਾਂ ਦਾ ਕੈਮੀਕਲ ਸੁੱਟਿਆ ਜਾਂਦਾ ਵੀ ਪ੍ਰੋਟੈਸਟਰ ਆ ਉੱਥੋਂ ਉਹਨਾਂ ਨੂੰ ਖਦੇੜਿਆ ਜਾ ਸਕੇ। ਇਹ ਜਿਹੜੀ ਬਰੌਡਵਿਊ ਵਾਲੀ ਫੈਸਿਲਿਟੀ ਆ ਸ਼ਿਕਾਗੋ ਤੋਂ 10 ਕੁ ਮੀਲ ਦੂਰ ਹੈਗੀ ਆ, ਤੇ ਸ਼ਿਕਾਗੋ ਦੇ ਵਿੱਚ ਕਿਉਂਕਿ ਇਸ ਟਾਈਮ ਆਈਸ ਦੀ ਪ੍ਰੈਜ਼ੈਂਸ ਬਹੁਤ ਜ਼ਿਆਦਾ ਆ, ਕਾਫੀ ਜ਼ਿਆਦਾ ਜਿਹੜੀਆਂ ਉੱਥੇ ਫੜੋ ਫੜਾਈ ਰੇਡਸ ਇਨਫੋਰਸਮੈਂਟ ਜਿਹੜੀ ਉਹ ਚੱਲ ਰਹੀ ਆ, ਜਿਹਦੇ ਕਰਕੇ ਕਈ ਲੋਕ ਇਹਨਾਂ ਰੇਡਸ ਦਾ, ਇਹਨਾਂ ਇਨਫੋਰਸਮੈਂਟ ਦਾ ਜਿਹੜਾ ਵਿਰੋਧ ਕਰਨ ਦੇ ਲਈ ਆਈਸ ਦੀ ਫੈਸਿਲਿਟੀਜ਼ ਦੇ ਬਾਹਰ ਜਿਹੜਾ ਉਹ ਪਹੁੰਚੇ ਹੋਏ ਨੇ। ਸੋ ਉੱਥੇ ਜਿਹੜੇ ਕ੍ਰਿਸਟੀ ਨਿਯਮ ਵੀ ਹੁਣ ਪਹੁੰਚੇ ਆ। ਐਲ ਸੈਂਟਰੋ ਬਾਰਡਰ ਪੈਟਰੋਲ ਸੈਕਟਰ ਦੇ ਜਿਹੜੇ ਚੀਫ, ਜਿਹੜੇ ਆਪਣੇ ਕੈਲੀਫੋਰਨੀਆ ਦਾ ਇਲਾਕਾ ਜਿਹੜਾ ਪੈਂਦਾ ਆ, ਗ੍ਰੈਗਰੀ ਬਵੀਨੋ, ਉਹ ਵੀ ਸ਼ਿਕਾਗੋ ਘੱਲੇ ਗਏ ਹੈਗੇ ਆ, ਤੇ ਕਹਿੰਦੇ ਵੀ ਉਹ ਵੀ ਉੱਥੇ ਦੇਖੇ ਗਏ ਆ, ਤੇ ਪ੍ਰੋਟੈਸਟਰਸ ਨੂੰ ਤੇ ਜਿਹੜਾ ਮੀਡੀਆ ਉੱਥੇ ਪਹੁੰਚਿਆ ਸੀ ਉਹਨਾਂ ਨੂੰ ਉਸ ਇਲਾਕੇ ਤੋਂ ਪਰੇ ਜਾਣ ਦੇ ਲਈ ਜਿਹੜੇ ਉਹ ਕਹਿੰਦੇ ਨਜ਼ਰ ਆਏ ਹੈਗੇ ਆ। ਸੋ ਕਾਫੀ ਜ਼ਿਆਦਾ ਪ੍ਰੈਜ਼ੈਂਸ ਆ, ਪ੍ਰੋਟੈਸਟਰ ਵੀ ਦਰਜਨਾਂ ਦੀ ਸੰਖਿਆ 'ਚ ਆ, ਤੇ ਉਹ ਤੋਂ ਵੀ ਵੱਧ ਸੰਖਿਆ ਦੇ ਵਿੱਚ ਕਹਿ ਸਕਦੇ ਹਾਂ ਵੀ ਜਿਹੜੇ ਪੁਲਿਸ ਵਾਲੇ ਤੇ DHS ਵਾਲੇ ਆ, ਉਹਨਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਵਿੱਚ ਲੱਗੇ ਹੋਏ ਨੇ। ਜੀ, ਆਈਸ ਨਾਲ ਰਿਲੇਟਡ ਕਾਫੀ ਖਬਰਾਂ ਹੈਗੀਆਂ। ਇੱਕ ਖਬਰ ਇਹ ਵੀ ਆ ਵੀ ਆਈਸ ਇੱਕ 24/7 ਸੋਸ਼ਲ ਮੀਡੀਆ ਸਰਵੇਲੈਂਸ ਟੀਮ ਬਣਾਉਣ ਜਾ ਰਹੀ ਹੈਗੀ ਆ। 24 ਘੰਟੇ 7 ਦਿਨ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਆ ਉਸ ਨੂੰ ਆਈਸ ਵਾਚ ਕਰੂਗੀ। ਖਾਸ ਕਰਕੇ ਜਿਹੜੇ ਹੁਣ ਆਪਣੇ ਸਰੋਤੇ ਆ, ਧਿਆਨ ਰੱਖੋ, ਕਈ ਵਾਰੀ ਤੁਸੀਂ ਬਹੁਤ ਕਿਸੇ ਨੂੰ ਧਮਕੀਆਂ ਦਿੰਦੇ ਰਹਿੰਦੇ ਆ, ਗਲਤ ਮਲਤ ਲਿਖਦੇ ਰਹਿੰਦੇ ਆ, ਖਾਸ ਕਰਕੇ ਜੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦੇ ਆ, ਤੇ ਇਹਦੇ ਰਿਜ਼ਲਟਸ ਜਿਹੜੇ ਆ ਉਹ ਬਾਹਲੇ ਗੁੱਡ ਨਹੀਂ ਨਿਕਲਣੇ ਹੈਗੇ। ਜਿਹੜੇ ਡਾਕੂਮੈਂਟਸ ਆਏ ਆ ਉਹਨਾਂ ਦੇ ਮੁਤਾਬਕ ਆਈਸ ਵਾਲਿਆਂ ਨੇ ਦਰਜਨਾਂ ਦੇ ਕਰੀਬ ਕੰਟਰੈਕਟਰਸ ਨੂੰ ਹਾਇਰ ਕਰ ਰਹੇ ਆ ਜਾਂ ਕਰ ਲਿਆ ਹੈਗਾ ਟੂ ਸਕੈਨ ਐਕਸ, ਫੇਸਬੁੱਕ, ਟਿਕਟੌਕ ਤੇ ਹੋਰ ਜਿਹੜੇ ਪਲੇਟਫਾਰਮ ਹੈਗੇ ਆ, ਤਾਂ ਕਿ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕੇ। 30 ਦੇ ਕਰੀਬ ਜਿਹੜੇ ਕੰਟਰੈਕਟਰ ਜਾਂ ਕੰਟਰੈਕਟਿੰਗ ਕੰਪਨੀਆਂ ਆ, ਉਹਨਾਂ ਨੂੰ ਹਾਇਰ ਕੀਤਾ ਗਿਆ ਹੈਗਾ। ਉਹ ਪੋਸਟ ਵੀ ਦੇਖਣਗੇ, ਫੋਟੋਜ਼ ਦੇਖਣਗੇ, ਮੈਸੇजेस, ਸਾਰਾ ਕੁਝ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਦੇਖਣਗੇ। ਇਹ ਜਿਹੜਾ ਪ੍ਰੋਗਰਾਮ ਆ, ਕਹਿੰਦੇ 30 ਦੇ ਕਰੀਬ ਪ੍ਰਾਈਵੇਟਲੀ ਐਨਾਲਿਸਟ ਜੋ ਹਾਇਰ ਕੀਤੇ ਗਏ ਆ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਫੈਸਿਲਿਟੀਜ਼, ਇੱਕ ਵਰਮੌਂਟ 'ਚ ਆ, ਇੱਕ ਸਦਰਨ ਕੈਲੀਫੋਰਨੀਆ 'ਚ ਆ। ਉਹਨਾਂ ਦੀ ਜਿਹੜੀ ਜੌਬ ਆ ਮੇਨ ਇਹੀ ਆ, ਫੇਸਬੁੱਕ ਦੇ ਥਰੂ ਜਾਣਾ, ਟਿਕਟੌਕ, ਇੰਸਟਾਗ੍ਰਾਮ, ਯੂਟਿਊਬ ਤੇ ਹੋਰ ਪਲੇਟਫਾਰਮਸ, ਤੇ ਉਹਨਾਂ ਨੂੰ ਕਨਵਰਟ ਕਰਨਾ ਪੋਸਟ ਤੇ ਪ੍ਰੋਫਾਈਲਸ ਦੇ ਵਿੱਚ, ਤਾਂ ਕਿ ਐਨਫੋਰਸਮੈਂਟ ਰੇਟਸ ਦੀ ਜਿਹੜੀ ਲੀਡਸ ਆ ਉਹ ਉਹਨਾਂ ਨੂੰ ਮਿਲ ਸਕੇ। ਸੋ ਇਹ ਇੱਕ ਬੜਾ ਹੈਰਾਨੀਜਨਕ ਕੰਮ ਆ ਉਹ ਕਰਨ ਜਾ ਰਹੇ ਆ। ਐਪਲ ਜਿਹੜੀ ਕੰਪਨੀ ਆ ਉਹ ਝੁਕ ਗਈ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੱਗੇ। ਉਹਨਾਂ ਨੇ ਇਹ ਕਿਹਾ ਵੀ ਜਿਹੜੀ ਆਈਸ ਟਰੈਕਿੰਗ ਐਪ ਆ ਉਸ ਨੂੰ ਅਸੀਂ ਰਿਮੂਵ ਕਰਨ ਜਾ ਰਹੇ ਆ। ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਜਿਹੜੇ ਸਪੈਨਿਸ਼ ਮੂਲ ਦੇ ਹੈਗੇ ਆ, ਉਹਨਾਂ ਨੇ ਇਹ ਐਪਸ ਡਾਊਨਲੋਡ ਕੀਤੀ ਸੀ। ਉਸ ਐਪਸ ਦੇ ਥਰੂ ਜਿੱਥੇ ਵੀ ਕਿਤੇ ਆਈਸ ਵਾਲੇ ਛਾਪਾ ਮਾਰਨ ਜਾਂਦੇ ਸੀ, ਤੇ ਉਹ ਲਾਈਵ ਦੱਸ ਦਿੰਦੇ ਸੀ ਵੀ ਹਾਂ ਇੱਥੇ ਹੋ ਰਿਹਾ ਹੈਗਾ। ਸੋ ਉਸ ਐਪ ਨੂੰ ਐਪਲ ਵਾਲਿਆਂ ਨੇ ਰਿਮੂਵ ਕਰ ਦਿੱਤਾ ਗਿਆ ਹੈਗਾ। ਸ਼ਿਕਾਗੋ ਏਰੀਆ ਦੇ ਵਿੱਚ 2 ਅਨਡਾਕੂਮੈਂਟਡ ਇਮੀਗ੍ਰੈਂਟਸ ਜਿਨ੍ਹਾਂ ਨੇ ਆਈਸ ਦੀ ਵਹੀਕਲਸ ਨੂੰ ਤੋੜ ਭੰਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਅਰੈਸਟ ਕੀਤਾ ਗਿਆ। ਇਸ ਟਾਈਮ ਸ਼ਿਕਾਗੋ ਦੇ ਵਿੱਚ ਆਪਰੇਸ਼ਨ ਮਿਡਵੇ ਬਲਿਜ਼ ਚੱਲ ਰਿਹਾ ਹੈਗਾ, ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇੱਕ ਪੂਰੀ ਦੀ ਪੂਰੀ ਅਪਾਰਟਮੈਂਟ ਕੰਪਲੈਕਸ ਨੂੰ, ਜਿਹੜਾ ਕਾਫੀ ਹਾਈ ਰਾਈਜ਼ ਅਪਾਰਟਮੈਂਟ ਬਿਲਡਿੰਗ ਸੀ, ਉਸ ਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਆਈਸ ਏਜੰਟਸ ਵੱਲੋਂ ਘੇਰ ਲਿਆ ਗਿਆ ਸੀ। ਰੂਫ ਦੇ ਉੱਤੇ ਵੀ ਹੈਲੀਕਾਪਟਰ ਭੇਜੇ ਗਏ ਸੀ, ਤੇ ਕੱਲੇ-ਕੱਲੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਉੱਥੋਂ ਅਰੈਸਟ ਕੀਤਾ ਗਿਆ, ਫੜਿਆ ਗਿਆ। ਕਈਆਂ ਨੇ ਤਾਂ ਕੱਪੜੇ ਵੀ ਨਹੀਂ ਵਿਚਾਰਿਆਂ ਨੇ ਪਾਏ, ਨਿਆਣੇ ਤੱਕ ਵੀ ਫੜੇ ਗਏ ਸੀ। ਉਸ ਤੋਂ ਬਾਅਦ ਫਿਰ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜਿਹੜੇ ਛੱਡੇ ਗਏ, ਤੇ ਕਾਫੀ ਲੋਕ ਜਿਹੜੇ ਆ ਅਰੈਸਟ ਵੀ ਕੀਤੇ ਗਏ ਹੈਗੇ ਆ। ਸੋ ਇਹ ਕਾਫੀ ਜਿਹੜਾ ਆਪਰੇਸ਼ਨ ਆ ਆਈਸ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਹੈਗਾ। ਜੀ, ਬਿਲਕੁਲ। ਹਰਜੋਤ ਸਿੰਘ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਵੀ ਜਿਹੜੀਆਂ ਖਬਰਾਂ ਆ ਉਹਨਾਂ ਉੱਤੇ ਜਿਹੜੀ ਉਹ ਆਪਾਂ ਨਜ਼ਰ ਮਾਰਤੇ ਜਾਵਾਂਗੇ ਵੀ ਕੀ ਕੁਛ ਹੋਰ ਇਸ ਟਾਈਮ ਬਣਿਆ ਪਿਆ ਹੈਗਾ ਆ। ਤੇ ਉਹ ਉਸ ਤੋਂ ਪਹਿਲਾਂ ਜਾਂਦੇ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇਹ ਦੱਸਦੇ ਜਾਈਏ, ਮੈਨਚੈਸਟਰ ਦੇ ਜਿਹੜੇ ਸਿਨੇਗੋਗ ਅਟੈਕ ਦੇ ਬਾਬਤ ਇਹ ਪਤਾ ਲੱਗ ਰਿਹਾ ਵੀ ਜਿਹੜੇ ਪੁਲਿਸ ਵਾਲਿਆਂ ਨੇ ਕਹਿੰਦੇ ਵੀ ਕਿਲਰ ਜਿਹੜਾ ਸਸਪੈਕਟ ਸੀਗਾ ਉਹਨੂੰ ਮਾਰਨ ਦੀ ਜਦੋਂ ਕੋਸ਼ਿਸ਼ ਕੀਤੀ, ਤੇ ਇੱਕ ਵਿਕਟਮ ਦੀ ਵੀ ਜਿਹੜੀ ਕਹਿੰਦੇ ਵੀ ਉਹ ਮੌਤ ਪੁਲਿਸ ਦੇ ਹੱਥੋਂ ਇੱਕ ਹਿਸਾਬ ਦੇ ਨਾਲ ਹੋ ਗਈ ਆ। ਸੋ ਯੂਕੇ ਦੇ ਵਿੱਚ ਐਂਟੀ ਸੈਮਿਟਿਜ਼ਮ ਜੋ ਕਿ ਕਿਉਂਕਿ ਇਹ ਹੁਣ
ਧਾਰਮਿਕ ਥਾਂ ਦੇ ਉੱਤੇ ਹਰਜੋਤ ਸਿੰਘ ਜੀ ਸਿੱਧਾ ਇਹ ਹਮਲਾ ਆ, ਤੇ ਉਹਦੇ ਕਰਕੇ ਐਂਟੀ ਸੈਮਿਟਿਜ਼ਮ ਦਾ ਵੀ ਹੁਣ ਕਾਫੀ ਜ਼ਿਆਦਾ ਰੌਲਾ ਆ ਉਹ ਪੈ ਰਿਹਾ ਆ, ਉਸਦੀ ਚਰਚਾ ਜਿਹੜੀ ਉਹ ਹੋ ਰਹੀ ਆ। ਸੋ ਇਹ ਕੱਲ ਮੈਨਚੈਸਟਰ ਦੇ ਵਿੱਚ ਵਾਪਰਿਆ ਸੀਗਾ। ਸੋ ਜਿਹੜੇ ਪੁਲਿਸ ਆ ਉਹ ਮੰਨ ਰਹੀ ਆ ਵੀ ਉਹਨਾਂ ਦੇ ਕੋਲੋਂ ਇਸ ਤਰੀਕੇ ਦੀ ਜਿਹੜੀ ਉਹ ਗਲਤੀ ਹੋ ਗਈ ਆ, ਵੀ ਮਾਰਨਾ ਚਾਹੁੰਦੇ ਸੀਗੇ ਉਹ ਸਸਪੈਕਟ ਨੂੰ ਜਿਹਨੇ ਹਮਲਾ ਕੀਤਾ ਆ। ਕਾਰ ਦੇ ਨਾਲ ਦਰੜੇ ਸੀਗੇ ਲੋਕ ਉੱਥੇ, ਪਰ ਮਰ ਕਹਿੰਦੇ ਵੀ ਉਹਨਾਂ ਦੇ ਕੋਲੋਂ ਇੱਕ ਸਿਨੇਗੋਗ ਦਾ ਮੈਂਬਰ ਹੀ ਗਿਆ ਆ, ਇੱਕ ਵਿਕਟਮ ਹੀ ਜਿਹੜਾ ਉਹ ਮਾਰਿਆ ਗਿਆ ਹੈਗਾ ਆ। ਬ੍ਰੇਕ ਤੋਂ ਬਾਅਦ SV509 ਨੂੰ ਲੈ ਕੇ ਆਪਾਂ ਜਿਹੜੀ ਆ ਖਬਰ ਸਾਂਝੀ ਕਰਨੀ ਹੈਗੀ ਆ। ਜੋ ਸੈਕਰਾਮੈਂਟੋ ਬੀ ਦੇ ਵਿੱਚ ਪਹਿਲਾਂ ਆਪਾਂ ਇੱਕ ਆਪਟੈਡ ਇੱਕ ਆਰਟੀਕਲ ਲਿਖਿਆ ਸੀ, ਉਸ ਤੋਂ ਬਾਅਦ ਸੈਕਰਾਮੈਂਟੋ ਬੀ ਦੇ ਵਿੱਚ ਇੱਕ ਹੁਣ ਹੋਰ ਆਰਟੀਕਲ ਆਇਆ ਹੈਗਾ ਕਿ ਕਿਉਂ ਨਾ SV509 ਬਿੱਲ ਨੂੰ ਪਾਸ ਕੀਤਾ ਜਾਵੇ, ਵੀ ਬਹੁਤ ਜ਼ਰੂਰੀ ਹੈਗਾ। ਸੋ ਇਹ ਜੋ ਰੂਬਨ ਹੁਣੀ ਲਿਖਿਆ ਤੇ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆਪਾਂ ਉਸ ਦੇ ਵੱਲ ਵੱਧਦੇ ਹਾਂ। ਜਿੱਦਾਂ ਤੁਸੀਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀਗਾ ਵੀ SB 509 ਬਿੱਲ ਨੂੰ ਜਿਹੜਾ ਉਹ ਲੈ ਕੇ ਦੇਖੋ ਅਖੀਰਲੇ ਹਫ਼ਤਾ ਕੀ ਰਹਿ ਗਿਆ ਆ, ਤੇ ਜ਼ੋਰ ਜਿਹੜਾ ਹੁਣ ਸਭ ਨੂੰ ਜਿਹੜਾ ਇਸ ਦੇ ਵਿੱਚ ਲਗਾਉਣ ਦੀ ਜ਼ਰੂਰਤ ਆ। ਵੱਧ ਤੋਂ ਵੱਧ ਪ੍ਰੈਸ਼ਰ ਜਿਹੜਾ ਗਵਰਨਰ ਦੇ ਉੱਤੇ ਪਾਇਆ ਜਾਵੇ ਤਾਂ ਜੋ ਪਤਾ ਲੱਗੇ ਉਸ ਨੂੰ ਵੀ ਇਹ ਬਿੱਲ ਨੂੰ ਪਾਸ ਕਰਨਾ ਕਿਉਂ ਜ਼ਰੂਰੀ ਆ, ਮਤਲਬ ਬਿੱਲ ਦੇ ਉੱਤੇ ਸਾਈਨ ਕਰਨੇ ਕਿਉਂ ਜ਼ਰੂਰੀ ਆ, ਇਸ ਨੂੰ ਕਾਨੂੰਨ ਬਣਾਉਣਾ ਕਿਉਂ ਜ਼ਰੂਰੀ ਆ। ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਹੁਣ ਤੱਕ ਜਿਹੜਾ ਕਹਿ ਸਕਦੇ ਹਾਂ ਵੀ ਪਟੀਸ਼ਨ ਦੇ ਉੱਤੇ ਸਾਈਨ ਕੀਤੇ। ਪਰ ਅਫਸੋਸ ਵਾਲੀ ਗੱਲ ਵੀ ਆ ਵੀ ਜਿੰਨਾ ਸੋਚਿਆ ਸੀ, ਜਿੰਨੀ ਉਮੀਦ ਸੀ, ਉਹਨੇ ਜਿਹੜੇ ਸਾਈਨ ਆ ਅਜੇ ਤੱਕ ਵੀ ਨਹੀਂ ਹੋਏ ਹੈਗੇ। ਸੋ ਅਖੀਰਲਾ ਜਿਹੜਾ ਹਰਜੋਤ ਸਿੰਘ ਜੀ ਵੀਕ ਰਹਿ ਗਿਆ ਆ, ਤੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੇ ਆ ਤੁਸੀਂ ਸਾਈਨ ਜ਼ਰੂਰ ਕਰੋ। ਕੁਛ ਦਿਨ ਪਹਿਲਾਂ ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜਾ op-ed ਆਰਟੀਕਲ ਜਿਹੜਾ ਉਹ ਛਾਪਿਆ ਸੀਗਾ ਸੈਕਰਾਮੈਂਟੋ ਵੀ, ਫ੍ਰੈਜ਼ਨੋ ਵੀ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਆਰਟੀਕਲ ਛਾਪਿਆ ਸੀਗਾ ਵੀ ਜਿਹੜਾ ਨਵਾਂ ਬਿੱਲ ਆ ਉਹ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਅਥਾਰਟੇਰੀਅਨ ਥ੍ਰੈਟਸ ਆ ਉਹਨਾਂ ਉਸ ਤੋਂ ਕਿੱਦਾਂ ਜਿਹੜਾ ਉਸ ਨੂੰ ਬਚਾਉਂਦਾ ਹੈਗਾ ਆ। ਸੋ ਮੋਦੀ, ਸ਼ੀ ਜਿਨਪਿੰਗ, ਪ੍ਰੈਜ਼ੀਡੈਂਟ ਜਿਹੜਾ ਪੁਤਿਨ ਆ ਰਸ਼ੀਆ ਵਾਲਾ, ਇਹ ਸਾਰੇ ਇੱਕੋ ਕੈਟਾਗਰੀ ਦੇ ਜਿਹੜੇ ਉਹ ਬੰਦੇ ਆ, ਤੇ ਇਹਨਾਂ ਨੇ ਕਿਸ ਤਰੀਕੇ ਦੇ ਨਾਲ ਆਪੋ ਆਪਣੇ ਜਿਹੜੇ ਮੁਲਕਾਂ ਦੇ ਡਿਸੀਡੈਂਟਸ ਆ ਉਹਨਾਂ ਨੂੰ ਤੰਗ ਪਰੇਸ਼ਾਨ ਜਿਹੜਾ ਉਹ ਕੀਤਾ, ਤੇ ਹੁਣ ਇਹ ਸਾਰੇ ਜਾਣੇ ਆਪਸ 'ਚ ਜੱਫੀਆਂ ਪਾਈ ਬੈਠੇ ਹੈਗੇ ਆ, ਇਕੱਠੇ ਜਿਹੜੇ ਉਹ ਹੋਏ ਬੈਠੇ ਆ। ਸੋ SB 509 ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੋਕਦਾ ਹੋਇਆ ਜਿਹੜਾ ਬਿੱਲ ਆ, ਉਸ ਦੀ ਸ਼ਨਾਖਤ ਕਰਦਾ ਹੋਇਆ ਜਿਹੜਾ ਇਹ ਬਿੱਲ ਆ, ਉਸ ਤੋਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਕਸੀਜ਼ ਆ ਜਿਹੜੇ ਇਹਨਾਂ ਸਰਕਾਰਾਂ ਦੇ ਜਿਹੜੇ ਏਜੰਟ ਆ ਉਹ ਘਬਰਾਏ ਪਏ ਆ ਵੀ ਸਾਡੇ ਚਿਹਰੇ ਜਿਹੜੇ ਇਸ ਦੇ ਵਿੱਚ ਨੰਗੇ ਹੋ ਜਾਣਗੇ। ਅਮਰੀਕਾ ਦੇ ਵਿੱਚ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੀ ਸਾਜ਼ਿਸ਼ ਉਹ ਰਚੀ ਜਾਣੀ। ਇਸ ਤੋਂ ਇਲਾਵਾ ਇੱਕ ਹੋਰ ਜਿਹੜੇ ਸਿੱਖ ਐਕਟਿਵਿਸਟ ਦੇ ਉੱਤੇ ਗੱਡੀ ਚਲਾਉਂਦੇ ਹੋਏ ਗੋਲੀਆਂ ਜਿਹੜੀਆਂ ਉਹ ਚੱਲਣੀਆਂ, ਭਾਈ ਨਿੱਜਰ ਹੋਣਾ ਦੀ ਸ਼ਹਾਦਤ ਜਿਹੜੀ ਇਸ ਦੇ ਵਿੱਚ ਜਿਹੜੀ ਉਹ ਹੋਣੀ, ਇਹ ਸਾਰੀਆਂ ਚੀਜ਼ਾਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਉਹ ਮੁੱਦਾ ਆ। ਤੇ ਗਵਰਨਰ ਨਿਊਸਮ ਨੂੰ ਜਿਹੜਾ ਉਹ ਇਹ ਚਾਹੀਦਾ ਆ ਵੀ ਇਸ ਨੂੰ ਜਿਹੜਾ ਉਹ ਬਿੱਲ ਨੂੰ ਪਾਸ ਜਿਹੜਾ ਉਹ ਕਰੇ। ਸੋ op-ed ਆਰਟੀਕਲ ਜਿਹੜਾ ਹਰਜੋਤ ਸਿੰਘ ਖਾਲਸਾ ਜੀ ਨੇ ਜਿਹੜਾ ਛਾਪਿਆ, ਉਸ ਤੋਂ ਬਾਅਦ ਦੇ ਵਿੱਚ ਇਨਫੈਕਟ ਹਰਜੋਤ ਸਿੰਘ ਜੀ ਆਪਾਂ ਇਹ ਵੀ ਦੇਖਿਆ ਵੀ ਉਹਨਾਂ ਦੀ ਆਪਣੀ ਅਖਬਾਰ ਨੇ ਵੀ ਇੱਕ ਹੋਰ ਆਰਟੀਕਲ ਜਿਹੜਾ ਉਹ ਛਾਪਿਆ ਆ। ਉਹਦੇ ਬਾਰੇ ਵੀ ਆਪਾਂ ਜਿਹੜੀ ਹੁਣ ਚਰਚਾ ਜਿਹੜੀ ਉਹ ਕਰਦੇ ਆ। ਆਪਾਂ ਪਹਿਲਾਂ ਵੀ ਉਸ ਦਿਨ ਜ਼ਿਕਰ ਕੀਤਾ ਸੀਗਾ ਵੀ ਕਿਉਂ ਇਹ ਇੰਪੋਰਟੈਂਟ ਆ, ਕਿਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਹੋਣੀਆਂ ਜਿਹੜੀਆਂ ਉਹ ਚਾਹੀਦੀਆਂ ਆ। ਤੇ ਇਹ ਸੈਕਰਾਮੈਂਟੋ ਬੀ ਦੇ ਜਿਹੜੇ ਜੋ ਰੂਬਨ ਆ ਉਹਨਾਂ ਨੇ ਜਿਹੜਾ ਆਰਟੀਕਲ ਪਰਸੋਂ ਜਿਹੜਾ ਉਹ ਛਾਪਿਆ ਆ, ਉਹਦੇ ਬਾਰੇ ਹੁਣ ਆਪਾਂ ਜਿਹੜੀ ਹਰਜੋਤ ਸਿੰਘ ਜੀ ਚਰਚਾ ਕਰਦੇ ਹਾਂ ਜੀ। ਸੋ ਬਿਲਕੁਲ ਸਤੰਬਰ ਦੇ ਲਾਸਟ ਵੀਕ ਦੇ ਵਿੱਚ ਆਪਾਂ ਜਿਹੜੀ ਆ ਇੱਕ ਆਰਟੀਕਲ ਛਾਪਿਆ ਸੀਗਾ, ਉਹ ਸੈਕਰਾਮੈਂਟੋ ਵੀ, ਫ੍ਰਿਜ਼ਨੋ ਵੀ, ਮਰਸਡ ਸਟਾਰ, ਮੋਡੈਸਟੋ ਵੀ, ਇਹਨਾਂ ਸਾਰੀਆਂ ਅਖਬਾਰਾਂ 'ਚ ਸੀਗਾ। ਉਸ ਤੋਂ ਬਾਅਦ ਜੋ ਰੂਬਨ ਜੋ ਹੈਗੇ ਆ ਸੈਕਰਾਮੈਂਟੋ ਵੀ ਦੇ ਜਰਨਲਿਸਟ ਆ, ਇਹਨਾਂ ਨੇ ਪਿਛਲੇ ਸਮਿਆਂ 'ਚ ਵੀ ਕਈ ਆਰਟੀਕਲ ਛਾਪੇ ਹੈਗੇ ਸਿੱਖਾਂ ਦੇ ਨਾਲ ਸੰਬੰਧਿਤ। ਸੋ ਉਹਨਾਂ ਨੇ ਅਕਤੂਬਰ ਪਹਿਲੀ ਨੂੰ ਇਹ ਆਰਟੀਕਲ ਛਾਪਿਆ, ਜਿਹਦੇ ਵਿੱਚ ਉਹਨਾਂ ਨੇ ਆਰਟੀਕਲ ਦਾ ਹੈਡਿੰਗ ਇਹ ਰੱਖਿਆ ਹੈਗਾ, ਬਿੱਲ ਗੈਬਨ ਨਿਊਸਮ ਸਾਈਨ ਵਿਲ ਟੂ ਪ੍ਰੋਟੈਕਟ ਕੈਲੀਫੋਰਨੀਆ ਟਾਰਗੇਟਡ ਬਾਈ ਦਾ ਫੋਰਨ ਗਵਰਨਮੈਂਟਸ। ਤੁਸੀਂ ਸ਼ੋਅ ਵੀ ਨਾਲ ਦੀ ਨਾਲ ਜਿਹੜਾ ਆ ਉਹ ਕਰ ਸਕਦੇ ਹੋ। ਸੋ ਇਹ ਆਰਟੀਕਲ ਪੜ੍ਹਿਓ ਜ਼ਰੂਰ। ਇਹਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦੱਸਿਆ ਵੀ ਜਿਹੜੀ ਪਹਿਲੀ ਸਟੇਟ ਆ ਅਮਰੀਕਾ ਦੇ ਵਿੱਚ ਇਹ ਕੋਸ਼ਿਸ਼ ਕਰ ਰਹੀ ਆ ਤਾਂ ਕਿ ਜਿਹੜੀਆਂ ਬਾਹਰਲੀਆਂ ਸਰਕਾਰਾਂ ਜਾਂ ਬਾਹਰਲੀਆਂ ਗਵਰਨਮੈਂਟਸ ਉਹਨਾਂ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਡਰਾ ਧਮਕਾ ਨਾ ਸਕਣ, ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਹਾਰਮ ਨਾ ਕਰ ਸਕਣ, ਤਾਂ ਕਰਕੇ ਜਿਹੜਾ ਇਹ ਬਿੱਲ ਆ ਸਟੇਟ ਆਫ ਕੈਲੀਫੋਰਨੀਆ ਵੱਲੋਂ ਜਿਹੜਾ ਆ ਲਿਆਂਦਾ ਗਿਆ ਹੈਗਾ। ਹੁਣ ਅਸੈਂਬਲੀ 'ਚ ਵੀ ਯੂਨੈਨਿਮਸਲੀ ਪਾਸ ਹੋ ਚੁੱਕਾ ਆ, ਸੈਨੇਟ 'ਚ ਵੀ ਹੋ ਚੁੱਕਾ ਆ, ਗਵਰਨਰ ਦੇ ਡੈਸਕ ਦੇ ਉੱਤੇ ਆ, ਤੇ ਜਿਹਨੂੰ ਬਹੁਤ ਸਾਰੇ ਸ਼ੱਕ ਕਰ ਰਹੇ ਆ ਵੀ ਜਿਹੜਾ ਗਵਰਨਰ ਆ ਉਹ ਇਸ ਬਿੱਲ ਨੂੰ ਵੀਟੋ ਕਰ ਦਊਗਾ। ਜਿਹੜੇ ਬੈਕਰਸ ਹੈਗੇ ਆ ਇਸ ਬਿੱਲ ਦੇ, ਜਿਹੜੇ ਇਹਨੂੰ ਸਪੋਰਟ ਕਰਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਕਿੱਦਾਂ ਜਿਹੜੇ ਇਰਾਨੀਅਨ ਡਿਸੀਡੈਂਟਸ ਹੈਗੇ ਆ ਉਹਨਾਂ ਨੂੰ ਸਟਾਕ ਕੀਤਾ ਗਿਆ ਹੈਗਾ, ਚਾਈਨੀਜ਼ ਐਕਟਿਵਿਸਟ ਜਿਹੜੇ ਆ ਉਹਨਾਂ ਨੂੰ ਅਟੈਕ ਕੀਤਾ ਗਿਆ ਹੈਗਾ, ਸਿੱਖ ਐਕਟਿਵਿਸਟ ਨੂੰ ਤਾਂ ਮਾਰਨ ਦੀ ਕੋਸ਼ਿਸ਼ ਤੱਕ ਕੀਤੀ ਗਈ ਹੈਗੀ ਆ।
ਅੱਗੇ ਜਾ ਕੇ ਜੋ ਰੂਬਨ ਹੁਣੀ ਇਸ ਆਰਟੀਕਲ 'ਚ ਲਿਖਦੇ ਆ ਵੀ SB 509 ਬਿੱਲ, ਜਿਸ ਨੂੰ ਸੈਨੇਟਰ ਐਨਾ ਕੈਬਲੈਰੋ ਮਰਸਡ ਤੋਂ ਤੇ ਅਸੈਂਬਲੀ ਵੂਮਨ ਜਸਮੀਤ ਬੈਂਸ ਡਲੀਨੋ ਤੋਂ ਲੈ ਕੇ ਆਈ ਸੀ, ਕਿਉਂਕਿ ਥ੍ਰੈਟ ਬਹੁਤ ਜ਼ਿਆਦਾ ਲੋਕਾਂ ਦੇ ਅਗੇਂਸਟ ਸੀਗਾ। ਸੋ FBI ਨੇ ਇੰਟੈਲੀਜੈਂਸ ਐਕਸਪਰਟ ਰਿਪੋਰਟਸ ਇਹ ਸਾਰੀਆਂ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀਆਂ ਫੋਰਨ ਦੀਆਂ ਗਵਰਨਮੈਂਟਸ ਆ ਉਹ ਲੋਕਾਂ ਨੂੰ ਅਮਰੀਕਾ ਦੇ ਵਿੱਚ ਇੰਟੀਮੀਡੇਟ ਕਰਦੀਆਂ ਆ, ਹਰਾਸ ਕਰਦੀਆਂ ਆ, ਥ੍ਰੈਟ ਕਰਦੀਆਂ ਆ, ਤੇ ਉਹਨਾਂ ਲੋਕਾਂ ਨੂੰ ਜਿਹੜੇ ਹਾਰਮ ਕਰਨ ਦੀ, ਉਹਨਾਂ ਦਾ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦੀਆਂ, ਜਿਹੜੇ ਉਹਨਾਂ ਮੁਲਕਾਂ ਤੋਂ ਬਾਹਰ ਅਮਰੀਕਾ ਦੇ ਵਿੱਚ ਰਹਿੰਦੇ ਹੈਗੇ ਆ। ਜਿਹੜੇ ਓਪੋਨੈਂਟਸ ਹੈਗੇ ਇਸ ਬਿੱਲ ਦੇ, ਉਹ ਕਹਿੰਦੇ ਆ ਵੀ ਇਹ ਜਿਹੜੀ ਆ ਫਰੀडम ਆਫ ਸਪੀਚ ਤੇ ਉਸ ਨੂੰ ਜਿਹੜੀ ਥ੍ਰੈਟ ਹੈਗੀ ਆ, ਅਨਫੇਅਰਲੀ ਟਾਰਗੇਟਸ ਇੰਡੀਆ। ਸੋ ਬਹੁਤ ਸਾਰੇ ਜਿਹੜੇ ਇੰਡੀਆ ਦੇ ਭਗਤ ਹੈਗੇ ਆ ਉਹ ਇਸ ਬਿੱਲ ਦਾ ਜਿਹੜਾ ਵਿਰੋਧ ਕਰ ਰਹੇ ਆ। ਪਿਛਲੇ ਆਪਾਂ ਮਹੀਨਿਆਂ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਜਿਹੜੀ ਕਵਰੇਜਸ ਆ ਸੈਕਰਾਮੈਂਟੋ ਤੋਂ ਵੀ ਦਿੱਤੀ ਸੀ, ਦਿਖਾ ਲਿਆ ਕਿ ਕਿਸ ਤਰ੍ਹਾਂ ਕਿਹੜੀਆਂ ਆਰਗੇਨਾਈਜੇਸ਼ਨਸ, ਕੋਹਿਨਾ ਵਰਗੀਆਂ ਜਿਹੜੀਆਂ ਚਿੱਠੀਆਂ ਲਿਖੀਆਂ ਕੋਲੀਸ਼ਨ ਆਫ ਜਿਹੜੀਆਂ ਉਹਨਾਂ ਨੇ। ਹਿੰਦੂ ਨਾਰਥ ਅਮਰੀਕਾ ਤੇ ਹਿੰਦੂ ਅਮਰੀਕਨ ਫਾਊਂਡੇਸ਼ਨਸ ਆ ਗਈਆਂ, ਇਹ ਟੋਟਲੀ ਇਸ ਬਿੱਲ ਦੇ ਅਗੇਂਸਟ ਹੈਗੀਆਂ ਆ। ਜੀ, ਜੀ ਬਿਲਕੁਲ। ਸੋ ਇਹ ਜਿਹੜਾ SB 509 ਆ, ਇਹ ਜਿਹੜੇ ਓਪੋਨੈਂਟ ਉਹ ਕਹੀ ਜਾਂਦੇ, ਕਹਿੰਦੇ ਫਰੀडम ਆਫ ਸਪੀਚ ਨੂੰ ਖਤਰਾ ਇਸ ਦੇ ਨਾਲ ਹੋ ਗਿਆ ਤੇ ਇੰਡੀਆ ਨੂੰ ਟਾਰਗੇਟ ਜਿਹੜਾ ਇਸ ਦੇ ਵਿੱਚ ਅਨਫੇਅਰਲੀ ਕੀਤਾ ਜਾ ਰਿਹਾ ਆ। FBI ਦੇ ਕੋਲ 20 ਕੇਸ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ, ਤੇ ਉਹਨਾਂ ਵਿੱਚੋਂ ਇੱਕ ਕੇਸ ਇੰਡੀਆ ਦੇ ਉਲਟ ਆ। ਬਾਕੀ ਜਿਹੜੇ ਚਾਈਨਾ, ਇਰਾਨ ਤੇ ਰਸ਼ੀਆ ਦੇ ਉਲਟ ਜਿਹੜੇ ਉਹ ਹੈਗੇ ਆ। ਹੁਣ ਜਦੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ ਬਿੱਲ ਦੀ ਗੱਲ ਆਉਂਦੀ ਹੈ, ਇਹਦਾ ਮਤਲਬ ਵੀ ਟਾਰਗੇਟ ਤਾਂ ਫਿਰ ਇਹ 3 ਜ਼ਿਆਦਾ ਮੁਲਕ ਹੋ ਰਹੇ ਆ। ਇੰਡੀਆ ਵਾਲਿਆਂ ਨੂੰ ਵੈਸੇ ਹੀ ਜਿਹੜਾ ਉਹ ਔਖੇ ਹੋਈ ਜਾਂਦੇ ਆ। ਕਿਤੇ ਇਹ ਗਲਤ ਨਹੀਂ ਵੀ ਇਹਨਾਂ ਨੇ ਕਾਮਰੇਡਾਂ ਤੋਂ ਪੈਸੇ ਲਏ ਆ, ਚੀਨੀਆਂ ਤੋਂ ਪੈਸੇ ਲਏ ਆ, ਰਸ਼ੀਆ ਤੋਂ ਲਏ ਆ, ਇਰਾਨੀਆਂ ਤੋਂ ਲਏ ਆ, ਵੀ ਉਹ ਇਸ ਦੇ ਵਿੱਚ ਜਾਣਬੁੱਝ ਕੇ ਤਾਂ ਵਿਰੋਧ ਜਿਹੜਾ ਨਾਲ ਦੇ ਨਾਲ ਕਰ ਰਹੇ ਆ। ਕਿਉਂਕਿ ਇਸ ਟਾਈਮ ਇਹ ਜਿਹੜੇ ਤਿੰਨੇ ਮੁਲਕ ਨੇ, ਚਾਈਨਾ, ਰਸ਼ੀਆ ਤੇ ਇੰਡੀਆ, ਇਹ ਇਕਮੁੱਠ ਹੋਏ ਪਏ ਆ। ਇਹ ਐਂਟੀ ਅਮਰੀਕਨ ਸਟਾਂਸ ਦੇ ਵਿੱਚ ਜਿਹੜੇ ਉਹ ਇਸ ਟਾਈਮ ਅੱਗੇ ਜਿਹੜਾ ਉਹ ਵਧੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ 350 ਮੀਲ ਦਾ ਪੈਂਡਾ ਜਿਹੜਾ ਉਹ ਤੈਅ ਕੀਤਾ ਸੀ, ਜਿਹੜਾ ਸੈਕਰਾਮੈਂਟੋ 'ਚ ਖਤਮ ਹੋਇਆ ਸੀ 40ਵੀਂ ਐਨੀਵਰਸਰੀ ਦੇ ਮੌਕੇ ਦੇ ਉੱਤੇ, ਜਿਹੜਾ ਇੰਡੀਆ ਦੇ ਵਿੱਚ ਜਦੋਂ 40 ਸਾਲ ਹੋ ਗਏ ਸੀਗੇ ਸਿੱਖ ਕਤਲੇਆਮ ਕੀਤਿਆਂ ਨੂੰ, ਉਸ ਟਾਈਮ ਦੇ ਉੱਤੇ ਜਿਹੜਾ SB 509 ਦੇ ਬਿੱਲ ਨੂੰ ਜਿਹੜਾ ਉਹ ਉਦੋਂ ਅੱਗੇ ਜਿਹੜਾ ਉਹ ਮੋਹਰੇ ਲਿਆਂਦਾ ਗਿਆ ਸੀਗਾ। ਆਈਸ ਦੀਆਂ ਜਿਹੜੀਆਂ ਵਿੱਚ ਜੋ ਇਸ ਟਾਈਮ ਜਿਹੜਾ ਹਰਜੋਤ ਸਿੰਘ ਜੀ ਨਾਲ ਦੇ ਨਾਲ ਜੋ ਇਹ ਚੱਲ ਰਿਹਾ ਹੈਗਾ ਆ, ਤੇ ਕਹਿੰਦੇ ਵੀ ਇਹ SB 509 ਨਾਲ ਦੇ ਐਡਵੋਕੇਟ ਉਹ ਵੀ ਕਹਿੰਦੇ ਵੀ ਇਹਦੇ ਕਾਊਂਟਰਵੇਟ ਦੇ ਤੌਰ ਦੇ ਉੱਤੇ ਵੀ ਕੰਮ ਜਿਹੜਾ ਉਹ ਕਰੇਗਾ। ਆਰਗੇਨਾਈਜੇਸ਼ਨਾਂ ਜਿਨ੍ਹਾਂ ਦੇ ਬਹੁਤ ਜ਼ਿਆਦਾ ਕਲੋਜ਼ ਟਾਈਜ਼ ਨੇ ਇੰਡੀਆ ਤੇ ਹਿੰਦੂ ਗਰੁੱਪਸ ਨੂੰ, ਉਹੀ ਵਿਰੋਧਤਾ ਜਿਹੜੀ ਇਸ ਦੇ ਵਿੱਚ ਕਰ ਰਹੇ ਆ। ਜੋ ਰੂਬਨ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਇਸ ਦੇ ਵਿੱਚ ਜਿਹੜੀ ਉਹ ਦੱਸ ਰਹੀ ਆ। ਇਸ ਬਿੱਲ ਦਾ ਮੁੱਖ ਮਕਸਦ ਐਜੂਕੇਸ਼ਨ ਆ, ਵੀ ਟ੍ਰੇਨਿੰਗ ਕ੍ਰੀਏਟ ਕੀਤੀ ਜਾਵੇ ਲੋਕਲ ਤੇ ਸਟੇਟ ਵਾਈਡ ਲਾ ਐਨਫੋਰਸਮੈਂਟ ਦੇ ਲਈ, ਜਿਸ ਦੇ ਵਿੱਚ ਉਹ ਰੈਕੋਗਨਾਈਜ਼, ਉਸ ਦੀ ਪਛਾਣ ਕਰ ਸਕਣ ਤੇ ਇਨਵੈਸਟੀਗੇਟ ਕਰ ਸਕਣ ਵੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਜੋ ਰਿਪਰੈਸ਼ਨ ਹੋ ਰਿਹਾ ਲੋਕਾਂ ਦਾ, ਵੀ ਉਹ ਕਿਤੇ ਫਾਈਨੈਂਸ ਨਹੀਂ ਕੀਤਾ ਜਾ ਰਿਹਾ ਕਿਤੇ ਬਾਹਰਲੀਆਂ ਸਰਕਾਰਾਂ ਦੇ ਦੁਆਰਾ। ਇਹ ਟ੍ਰੇਨਿੰਗ ਪ੍ਰੋਗਰਾਮ ਨੂੰ ਜਿਹੜਾ ਲਿਆਉਣ ਦੇ ਲਈ ਮਹਿਜ 5.5 ਲੱਖ ਜਾਂ 6 ਲੱਖ ਡਾਲਰ ਤੋਂ ਵੀ ਘੱਟ ਦਾ ਖਰਚਾ ਆ ਪੂਰੇ ਸਾਲ ਦੇ ਲਈ। ਜਸਟ ਇਮੈਜਿਨ ਜਿਹੜਾ ਹਰਜੋਤ ਸਿੰਘ ਜੀ ਐਨੂਅਲ ਕਾਸਟ, ਤੇ 5.5 ਲੱਖ ਡਾਲਰ ਕੀ ਹੁੰਦਾ ਆ? ਇੰਨੀਆਂ ਤਾਂ ਅੱਜ ਕੱਲ ਕਾਸਟ ਹਰਜੋਤ ਸਿੰਘ ਜੀ ਇੱਕ ਇਲੈਕਸ਼ਨ ਦੇ ਉੱਤੇ ਰਨ ਕਰਨ ਨੂੰ, ਇੱਕ ਜਾਣੇ ਨੂੰ ਸਿਟੀ ਕਾਉਂਸਲ ਦੀ ਸੀਟ ਦੇ ਉੱਤੇ ਬੰਦੇ ਜਿਹੜੇ ਇੰਨੇ ਜਿਹੜੇ ਉਹ ਡਾਲਰ ਆ ਉਹ ਲਗਾਈ ਜਾ ਰਹੇ ਆ। ਤੇ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ ਲੋਕਲ ਤੇ ਸਟੇਟ ਵਾਈਡ ਲਾ ਐਨਫੋਰਸਮੈਂਟ ਰੈਕੋਗਨਾਈਜ਼ ਕਰ ਸਕੂਗੀ ਤੇ ਇਨਵੈਸਟੀਗੇਟ ਕਰ ਸਕੂਗੀ, ਜਿਹਦੇ ਨਾਲ ਕੈਲੀਫੋਰਨੀਅਨਸ ਤੇ ਅਮਰੀਕਨਸ ਦੀ ਸੇਫਟੀ ਜਿਹੜੀ ਉਹ ਵੱਧਦੀ ਆ, ਤਾਂ ਇਹ ਤਾਂ ਉਹਦੇ ਲਈ ਕੁਝ ਵੀ ਮਨੀ ਨਹੀਂ ਆ। ਦੈਟਸ ਲਾਈਕ ਵੈਰੀ ਲਾਈਕ ਕੀ ਕਹਿੰਦੇ ਨੇ, ਸਮੁੰਦਰ 'ਚ ਬੂੰਦ ਵਾਂਗੂ ਜਿਹੜੀ ਉਹ ਗੱਲ ਬਣਦੀ ਆ। ਯੂਨੈਨਿਮਸਲੀ ਪਾਸ ਹੋਇਆ ਆ, ਇਹ ਜਿਹੜਾ ਇੱਕ ਵੱਡਾ ਇਸ ਦੇ ਵਿੱਚ ਗੱਲ ਆ। ਯੂਨੈਨਿਮਸਲੀ ਪਾਸ ਹੋਇਆ ਅਸੈਂਬਲੀ ਵਿੱਚ ਵੀ, ਸੈਨੇਟ ਦੇ ਵਿੱਚ ਵੀ ਸਟੇਟ ਦੀ, ਤੇ ਤਾਂ ਵੀ ਜਿਹੜੀ ਆ ਉਹ ਆਪੋਜੀਸ਼ਨ ਜਿਹੜੀ ਇਸ ਦੀ ਹੋਣ ਦੇ ਬਾਵਜੂਦ ਵੀ ਕਹਿੰਦੇ ਵੀ ਬਹੁਤ ਹੀ ਜਿਹੜੀਆਂ ਇਨਫਲੂਐਂਸ਼ੀਅਲ ਹਿੰਦੂ ਨਾਨ ਪ੍ਰੋਫਿਟ, ਹਿੰਦੂ ਅਮਰੀਕਨ ਫੰਡ ਵਰਗੀਆਂ, ਉਹਨਾਂ ਨੇ ਪਿਛਲੇ ਸਾਲ ਅਜਿਹਾ ਹੀ ਬਿੱਲ ਜਿਹੜਾ ਉਦੋਂ ਅਸੈਂਬਲੀ ਮੈਂਬਰ ਬੈਂਸ ਨੇ ਜਿਹੜਾ ਮੁੱਖ ਤੌਰ ਦੇ ਉੱਤੇ ਲਿਖ ਕੇ ਲਿਆਂਦਾ ਸੀਗਾ, ਉਸ ਨੂੰ ਫੇਲ ਜਿਹੜਾ ਉਸ ਟਾਈਮ ਦੇ ਉੱਤੇ ਕਰਵਾਇਆ ਸੀਗਾ। ਉਦੋਂ ਇਹ ਕਹਿੰਦੇ ਸੀਗੇ ਵੀ ਇਹ ਇੰਡੀਅਨ ਸਰਕਾਰ ਦੇ ਉਲਟ ਹੈਗਾ ਆ, ਜਿਹਨੂੰ ਇੱਕ ਹਿੰਦੂ ਨੈਸ਼ਨਲਿਸਟ ਮੋਦੀ ਜਿਹੜਾ ਆ ਤੇ ਹਿੰਦੂ ਜਿਹੜੇ ਆ ਉੱਥੇ ਜਿਹੜੀ ਸਰਕਾਰ ਨੂੰ ਚਲਾ ਰਹੇ ਹੈਗੇ ਆ। ਸੋ TNR ਦਾ ਜਿਹੜਾ ਬਿੱਲ ਆ ਉਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਸਾਰੇ ਪਾਸੇ ਜਿਹੜਾ ਆ ਉਹ ਚੀਜ਼ ਸਾਹਮਣੇ
ਆ ਰਹੀ ਆ। ਸੋ ਕਹਿੰਦੇ ਵੀ ਸਿੱਖ ਇਸ ਤੇ ਬਹੁਤ ਵੱਡੇ ਇਸ ਟਾਈਮ ਪੈਸ਼ਨੇਟਲੀ ਬੈਕ ਕਰ ਰਹੇ ਆ ਇਸ ਗੱਲ ਨੂੰ, ਕਿਉਂਕਿ ਸਿੱਖਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਸਹਿੰਦਿਆਂ ਹੋਇਆਂ ਕਈ ਜਿਹੜੇ ਦਹਾਕੇ ਆ ਉਹ ਬਿਤਾ ਦਿੱਤੇ ਆ, ਤੇ ਹੁਣ ਉਹਨਾਂ ਨੂੰ ਇੱਕ ਲੀਗਲੀ ਇੱਕ ਮੌਕਾ ਮਿਲ ਰਿਹਾ ਆ, ਇੱਕ ਉਹਨਾਂ ਦੇ ਸਾਹਮਣੇ ਓਪਰਚੁਨਿਟੀ ਆ ਵੀ ਹਾਂ ਉਹ ਆਵਾਜ਼ ਬਾਹਰਲੀਆਂ ਸਰਕਾਰਾਂ, ਭਾਰਤ ਵਰਗੀ ਸਰਕਾਰ ਇੱਥੇ ਉਹਨਾਂ ਦੀ ਬੰਦ ਨਾ ਕਰ ਸਕੇ। ਇਸ ਲਈ ਕੈਲੀਫੋਰਨੀਆ ਦੇ ਗਵਰਨਰ ਨੂੰ, ਕੈਲੀਫੋਰਨੀਆ ਦੇ ਲੋਕਾਂ ਦੇ ਮੂਹਰੇ ਦੁਹਾਈ ਪਾ ਰਹੇ ਆ ਵੀ ਭਾਈ ਸਾਡੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਬੋਲਣ ਦੀ ਜਿਹੜੀ ਆਜ਼ਾਦੀ ਇਸ ਤਰੀਕੇ ਦੇ ਨਾਲ ਬਰਕਰਾਰ ਰਹਿਣੀ ਚਾਹੀਦੀ ਆ। ਨਹੀਂ ਤਾਂ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ, ਅਥੋਰੀਟੇਰੀਅਨ ਫੈਸਿਸਟ ਜਿਹੜੀਆਂ ਸਰਕਾਰਾਂ ਨੇ, ਉਹ ਹਮੇਸ਼ਾ ਹੀ ਇਦਾਂ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਆ। ਸੈਂਕੜੇ ਹੀ ਸਿੱਖ ਕਮੇਟੀ ਹੀਅਰਿੰਗਸ ਦੇ ਵਿੱਚ ਪਹੁੰਚਦੇ ਜਿਹੜੇ ਉਹ ਰਹੇ ਆ ਇਸ ਤਰੀਕੇ ਦੇ ਜਿਹੜੇ ਉਹ ਨਾਲ। ਡੈਨ ਸਟੈਟਨ ਇੱਕ ਸਾਬਕਾ ਸੀਨੀਅਰ ਮੈਨੇਜਰ ਨੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ, ਉਹਨਾਂ ਨੇ ਕਿਹਾ ਵੀ ਉਹਨਾਂ ਦੀਆਂ ਤੇ ਹੋਰ ਜਿਹੜੀ ਇੰਟੈਲੀਜੈਂਸ ਕਮਿਊਨਿਟੀ ਆ ਉਹ ਬਹੁਤ ਕਲੋਜ਼ਲੀ ਵਾਚ ਕਰ ਰਹੇ ਆ ਵੀ ਕੀ ਨਿਊਸਮ SB 509 ਬਿੱਲ ਨੂੰ ਸਾਈਨ ਕਰਦੇ ਆ ਜਾਂ ਨਹੀਂ। ਉਹ ਕਹਿੰਦੇ ਵੀ ਇਸ ਤਰੀਕੇ ਦੀ ਜਿਹੜੀ ਟ੍ਰੇਨਿੰਗ ਲੋਕਲ ਲਾ ਐਨਫੋਰਸਮੈਂਟ ਨੂੰ ਬਹੁਤ ਜ਼ਿਆਦਾ ਕਹਿੰਦੇ ਜ਼ਰੂਰੀ ਆ, ਇਟਸ ਰੀਅਲੀ ਨੀਡਡ। ਕਹਿੰਦੇ ਵੀ ਕਿਉਂਕਿ TNR ਦੀ ਜਿਹੜੀ ਐਕਟੀਵਿਟੀ ਆ ਉਹ ਹੁਣ ਬਹੁਤ ਜ਼ਿਆਦਾ ਸਫਿਸਟੀਕੇਟਡ ਹੋ ਗਈ ਆ, ਉਹਨੂੰ ਜਿਹੜਾ ਪਛਾਣਨਾ, ਉਸ ਦੀ ਸ਼ਨਾਖਤ ਕਰਨੀ ਤੇ ਉਸ ਨੂੰ ਇਨਵੈਸਟੀਗੇਟ ਕਰਨਾ, ਉਹਦੇ ਲਈ ਜਿਹੜੀ ਲਾ ਐਨਫੋਰਸਮੈਂਟ ਨੂੰ ਬਹੁਤ ਵੱਡਾ ਚੈਲੰਜ ਆ, ਚੁਣੌਤੀ ਆ। ਤੇ ਜਿਹੜੀਆਂ ਟ੍ਰੇਨਿੰਗ ਇਦਾਂ ਦੀਆਂ ਬਣਨਗੀਆਂ ਤਾਂ ਉਹਦੇ ਨਾਲ ਪਤਾ ਜਿਹੜਾ ਉਹ ਲੱਗ ਸਕੇਗਾ। ਸੋ ਕਹਿੰਦੇ ਵੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਜਿਹੜੀਆਂ ਫੋਰਨ ਦੇ ਸਰਕਾਰਾਂ ਆ ਉਹ ਡਿਨਾਈ ਤਾਂ ਉਹ ਕਰਦੀਆਂ ਹੀ ਆ, ਪਰ ਉਹ ਆਪਰੇਸ਼ਨ ਜਿਹੜੀਆਂ ਉਹ ਚਲਾ ਰਹੀਆਂ ਹੁੰਦੀਆਂ, ਤੇ ਲੋਕਲ ਲਾ ਐਨਫੋਰਸਮੈਂਟ ਪੁਲਿਸ ਨੂੰ ਇਹ ਅੰਡਰਸਟੈਂਡ ਕਰਨ ਦੀ ਜ਼ਰੂਰਤ ਆ ਵੀ ਕਿਹੜੇ ਮੈਥਡ ਜਿਹੜੇ ਉਹ ਵਰਤਦੇ ਨੇ ਤਾਂ ਜੋ ਉਹਨਾਂ ਦੇ ਉਲਟ ਕ੍ਰਿਮੀਨਲ ਕੇਸ ਜਿਹੜਾ ਉਹ ਬਣਾਇਆ ਜਾ ਸਕੇ। ਹੁਣ ਤੁਸੀਂ ਦੇਖੋ ਵੀ ਇਹ ਜਿਹੜਾ ਸੀਸਸ ਆ ਕੈਨੇਡਾ ਦੇ ਵਿੱਚ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਏਜੰਸੀ ਸਰਵਿਸਿਜ਼, ਇਹ ਜਿੱਦਾਂ FBI ਅਮਰੀਕਾ ਚ ਇਦਾਂ ਆ, ਉਹਨਾਂ ਦਾ ਸਾਬਕਾ ਸੀਨੀਅਰ ਮੈਨੇਜਰ ਇਹ ਕਹਿ ਰਿਹਾ ਵੀ ਮੈਂ ਪੂਰੀ ਤਰ੍ਹਾਂ ਦੇਖ ਰਿਹਾ ਵੀ ਗਵਰਨਰ ਗੈਬਨ ਨਿਊਸਮ ਇਸ ਬਿੱਲ ਨੂੰ ਸਾਈਨ ਕਰੂਗਾ ਕਿ ਨਹੀਂ, ਕਿਉਂਕਿ ਇਹ ਬਹੁਤ ਜ਼ਰੂਰੀ ਆ ਤੇ ਆਪਣੀ ਕੌਮ ਹਜੇ ਵੀ ਸੁੱਤੀ ਪਈ ਆ। 2500 ਲੋਕਾਂ ਨੇ ਸਿਰਫ ਸਾਈਨ ਕੀਤੇ ਹੈਗੇ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੇ ਕੁ ਅਸੀਂ ਜਿਹੜੇ ਸੁਹਿਰਦ ਹੈਗੇ ਆ। ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹਿੰਦੂ ਸਿਲੀਕਨ ਵੈਲੀ ਤੋਂ, ਵੱਖ-ਵੱਖ ਏਰੀਏ ਤੋਂ ਚੱਲ ਕੇ ਸੈਕਰਾਮੈਂਟੋ ਪਹੁੰਚੇ ਤੇ ਉਹਨਾਂ ਨੇ ਇਹਦਾ ਆਪੋਜੀਸ਼ਨ ਕੀਤਾ। ਤੁਹਾਨੂੰ ਦੱਸਿਆ ਹੀ ਆ ਵੀ ਇੱਕ ਦਿਨ ਜਦੋਂ ਸਿੱਖ ਉੱਥੇ ਪਹੁੰਚੇ ਨਹੀਂ ਸੀ, ਇਹ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ ਸੀ। ਹਾਲਾਂਕਿ ਜੋ ਸੈਂਟਾ ਕਲਾਰਾ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਆ, ਉਹ ਇਸ ਬਿੱਲ ਦੇ ਅਗੇਂਸਟ ਆ, ਪਰ ਬਹੁਤ ਸਾਰੇ ਜਿਹੜੇ ਪੁਲਿਸ ਚੀਫ ਆ ਉਹ ਇਸ ਬਿੱਲ ਦੇ ਹੱਕ ਦੇ ਵਿੱਚ ਹੈਗੇ ਆ ਤੇ ਬਾਈ ਪਾਰਟੀਸ਼ਨ ਸਪੋਰਟ ਆ ਇਸ ਬਿੱਲ ਦੀ। ਦੋਨੋਂ ਪਾਰਟੀਆਂ ਇਸ ਨੂੰ ਜਿਹੜੀਆਂ ਸਪੋਰਟ ਕਰ ਰਹੀਆਂ। ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ ਨੇ ਇਸ ਬਿੱਲ ਦੇ ਹੱਕ ਦੇ ਵਿੱਚ ਜਿਹੜਾ ਲੈਟਰ ਲਿਖਿਆ ਹੈਗਾ। ਉਹ ਕਹਿੰਦੇ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਰਿਪਰੈਜ਼ੈਂਟਸ ਏ ਗ੍ਰੇਵ ਵਾਇਓਲੇਸ਼ਨ ਆਫ ਹਿਊਮਨ ਰਾਈਟਸ that can have a significant and far-reaching impact on both individuals and democratic institutions। ਤੇ ਬਹੁਤ ਵੱਡਾ ਜਿਹੜਾ ਅਸਰ ਇਹਦਾ ਹੁੰਦਾ ਆ, ਹਿਊਮਨ ਰਾਈਟਸ ਤੇ ਵਾਇਓਲੇਸ਼ਨ ਹੁੰਦੀ ਆ ਜਿਹੜੀਆਂ ਬਾਹਰਲੀਆਂ ਸਰਕਾਰਾਂ ਇਹ ਕਰਦੀਆਂ, ਤੇ ਜਿਹੜੀਆਂ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਆ ਉਹਨਾਂ ਦੇ ਉੱਤੇ ਵੀ ਜਿਹੜਾ ਇਹਦਾ ਅਸਰ ਪੈਂਦਾ ਹੈਗਾ ਆ। ਜੀ ਹਰਜੋਤ ਸਿੰਘ ਜੀ, ਇਹਦੇ ਵਿੱਚ ਦੱਸ ਜਾਈਏ, ਜਦੋਂ ਭਾਈ ਨਿੱਜਰ ਹੋਣਾ ਦਾ ਕਤਲ ਹੁੰਦਾ ਆ ਜਿਹੜਾ 2000 ਆਈ ਥਿੰਕ 23 ਦੇ ਵਿੱਚ ਜਿਹੜੇ ਭਾਈ ਨਿੱਜਰ ਹੋਣਾ ਨੂੰ ਮਾਰਿਆ ਜਾਂਦਾ ਹੈ ਜੂਨ ਮਹੀਨੇ 'ਚ, ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਕਿ ਅਮਰੀਕਨ ਸਿੱਖ ਕਾਕਸ ਕਮੇਟੀ ਦੇ ਫਾਊਂਡਰਾਂ ਦੇ ਵਿੱਚੋਂ ਇੱਕ ਨੇ, ਉਹਨਾਂ ਨੂੰ FBI ਨੇ ਜੂਨ 2023 ਦੇ ਵਿੱਚ ਚੇਤਾਵਨੀ ਦਿੱਤੀ ਸੀਗੀ। ਉਹਨਾਂ ਦੀ ਘਰ ਦੀ ਜਿਹੜੀ ਸਿਕਿਉਰਿਟੀ ਫੁਟੇਜ ਦੇ ਵਿੱਚ ਆਇਆ ਸੀਗਾ ਵੀ ਕਿੱਦਾਂ ਜਿਹੜੇ ਇੱਕ ਸਸਪੀਸ਼ੀਅਸ ਵਹੀਕਲ ਉਹ ਤੇ ਕਈ ਜਾਣੇ ਜਿਹੜੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਬਾਹਰੋਂ ਖਿੱਚ ਰਹੇ ਸੀ, ਰੈਕੀ ਇੱਕ ਹਿਸਾਬ ਦੇ ਨਾਲ ਕਰ ਰਹੇ ਸੀਗੇ, ਤੇ ਉਹਨਾਂ ਨੂੰ FBI ਨੇ ਅਗਾਹ ਕੀਤਾ ਸੀਗਾ ਵੀ ਤੁਹਾਡੀ ਜਾਨ ਨੂੰ ਜਿਹੜਾ ਇਸ ਦੇ ਵਿੱਚ ਖਤਰਾ ਜਿਹੜਾ ਉਹ ਹੋ ਸਕਦਾ ਆ। ਅਕਤੂਬਰ 2024 ਦੇ ਵਿੱਚ ਫੈਡਰਲ ਅਥਾਰਟੀਜ਼ ਨੇ ਜਿਹੜਾ ਉਹ ਦੱਸਿਆ ਵੀ 2 ਅਸੈਸੀਨੇਸ਼ਨ ਪਲਾਟ, ਇੱਕ ਕੈਲੀਫੋਰਨੀਆ ਦੇ ਵਿੱਚ ਤੇ ਇੱਕ ਨਿਊਯਾਰਕ ਦੇ ਵਿੱਚ। ਨਵੀਂ ਇਨਫੋਰਮੇਸ਼ਨ ਆ, ਨਿਊਯਾਰਕ ਵਾਲੀ ਆਪਾਂ ਨੂੰ ਸਾਰਿਆਂ ਨੂੰ ਪਤਾ ਆ, ਪਰ ਕੈਲੀਫੋਰਨੀਆ ਦੇ ਵਿੱਚ ਵੀ ਸਿੱਖਾਂ ਨੂੰ ਮਾਰਨ ਦੇ ਜਿਹੜੇ ਅਸੈਸੀਨੇਸ਼ਨ ਪਲਾਟ ਸੀ ਉਸ ਨੂੰ ਜਿਹੜਾ FBI ਨੇ ਪਹਿਲਾਂ ਹੀ ਜਿਹੜਾ ਉਹ ਭੰਗ ਕਰ ਦਿੱਤਾ, ਰੋਕ ਜਿਹੜਾ ਉਹ ਦਿੱਤਾ ਸੀਗਾ। ਸੋ ਕਹਿੰਦੇ ਵੀ ਜਿਹੜੇ ਕਈ ਕਨਸਪੀਰੇਟਰ ਆ ਇਸ ਪਲਾਟ ਦੇ ਵਿੱਚ ਇੰਡੀਅਨ ਇੰਟੈਲੀਜੈਂਸ ਅਫਸਰਾਂ ਦੇ ਨਾਲ ਵੀ ਜਿਹੜੇ ਉਹ ਜੁੜੇ ਹੈਗੇ ਨੇ। ਕੁਛ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਜੈਫ ਰੋਜ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਉਹਦੇ ਵਿੱਚ ਥੋੜੀ ਹੋਰ ਖੋਲ ਕੇ ਗੱਲ ਕਰਦੇ ਜਾਈਏ। SB 509 ਦੇ ਉਲਟ ਜਿਹੜੀ ਚਿੱਠੀ ਇਹਨੇ ਲਿਖੀ ਆ ਜੈਫ ਰੋਜ਼ਨ ਨੇ,
ਸਿਲੀਕਨ ਵੈਲੀ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਉਸ ਦੇ ਵਿੱਚ ਆ। ਇਹ ਉਹੀ ਆ ਬੰਦਾ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਜਿਹੜੀ ਟ੍ਰੇਨਿੰਗ ਨੂੰ ਪ੍ਰਮੋਟ ਕਰਦਾ ਸੀ ਲਾ ਐਨਫੋਰਸਮੈਂਟ ਦੇ ਵਿੱਚ। ਸੋ HAF ਦੇ ਨਾਲ ਇਹ ਜੁੜਿਆ ਹੋਇਆ ਜਿਹੜਾ ਉਹ ਆਉਂਦਾ ਆ। ਕਹਿੰਦੇ ਵੀ ਇਹ ਉਸ ਟਾਈਮ ਦੇ ਉੱਤੇ ਤਾਂ ਐਗਰੀ ਕਰ ਗਿਆ ਲਾ ਐਨਫੋਰਸਮੈਂਟ ਨੂੰ ਉਹ ਟ੍ਰੇਨਿੰਗਾਂ ਜਿਹੜੀਆਂ ਦੇਣੀਆਂ, ਤੇ ਹੁਣ ਜਦੋਂ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੀ ਟ੍ਰੇਨਿੰਗ ਦੀ ਗੱਲ ਆਉਂਦੀ ਲਾ ਐਨਫੋਰਸਮੈਂਟ ਨੂੰ ਦੇਣ ਦੀ, ਉਦੋਂ ਇਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਇਹਦੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਤੇ ਕਹਿੰਦਾ ਵੀ ਮੈਂ ਜਿਹੜੇ ਆਪਣੇ ਆਕਾ ਆ ਇੱਕ ਹਿਸਾਬ ਦੇ ਨਾਲ ਵੀ ਉਹਨਾਂ ਦੇ ਲਈ ਹੀ ਕੰਮ ਕਰਨਾ ਆ। ਇਹਦੀ ਜਿਹੜੀ ਚਿੱਠੀ ਲਿਖੀ ਆ ਹਰਜੋਤ ਸਿੰਘ ਜੀ, ਇਹ ਚਿੱਠੀ ਦੇ ਵਿੱਚ ਕਹਿੰਦੇ ਵੀ ਹੂਬਹੂ ਉਦਾਂ ਹੀ ਪੈਰਾਗ੍ਰਾਫ ਲਿਖਿਆ ਗਿਆ ਆ ਜਿੱਦਾਂ ਦੀ ਇੱਕ ਚਿੱਠੀ ਅਮਰੀਕਨ ਫਾਰ ਹਿੰਦੂਜ਼ ਨੇ ਜਿਹੜੀ ਲਿਖੀ ਸੀ। ਉਸ ਲੌਬਿੰਗ ਗਰੁੱਪ ਨੇ $4000 ਰੋਜ਼ਨ ਨੂੰ ਦਿੱਤਾ ਆ। ਸੋ ਇਹ ਜਿਹੜੀ ਚਿੱਠੀ ਲਿਖੀ ਗਈ ਆ ਨਾ ਇਸ ਬਿੱਲ ਦੇ ਉਲਟ, SB 509 ਦੇ ਉਲਟ, ਇਹ $4000 ਬੋਲਦਾ ਇਹਦੇ ਵਿੱਚ। ਜਿਹੜੇ ਅਮਰੀਕਨ ਫਾਰ ਹਿੰਦੂਜ਼ ਨੇ ਜਿਹੜੀ ਇਸ ਨੂੰ ਲੌਬੀ ਕਰਕੇ ਜਿਹੜੇ ਇਸ ਨੂੰ ਡੋਨੇਟ ਜਿਹੜੇ ਇਸ ਦੇ ਵਿੱਚ ਕੀਤੇ ਸੀਗੇ। ਜਦੋਂ ਤਾਂ ਆਉਂਦੀ ਆ ਹਰਜੋਤ ਸਿੰਘ ਜੀ ਹਿੰਦੂ ਟ੍ਰੈਡੀਸ਼ਨ ਦੀ, ਤੇ ਉਹਨਾਂ ਦੀ ਜਿਹੜੀ ਉਹ ਗੱਲ ਅਨਸੋਲਵਡ ਜਿਹੜੇ ਗ੍ਰੈਫਿਟੀ ਇਨਸੀਡੈਂਟ ਆ, ਉਹ ਤਾਂ ਇਹਨਾਂ ਕੋਲ ਸੋਲਵ ਨਹੀਂ ਹੋ ਰਹੇ। ਉਹ ਤਾਂ ਦੱਸਦੇ ਨਹੀਂ ਆ ਵੀ ਉਹਦੇ ਵਿੱਚ ਕੀ ਜਿਹੜਾ ਇਹਦੇ ਵਿੱਚ ਚੱਲ ਰਿਹਾ। ਉਦੋਂ ਤਾਂ ਇਹ ਟ੍ਰੇਨਿੰਗਾਂ ਝੱਟ ਦੇਣੀਆਂ ਕਰ ਦਿੰਦੇ ਆ। ਤੇ ਹੁਣ ਜਦੋਂ ਸਰਕਾਰ ਨੂੰ ਇਹ ਦੁਹਾਈ ਪਾ ਰਹੀ ਆ ਵੀ ਸਾਰੀ ਲਾ ਐਨਫੋਰਸਮੈਂਟ ਨੂੰ ਟ੍ਰੇਨਿੰਗ ਦਿੱਤੀ ਜਾਵੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉਲਟ, ਵੀ ਪਤਾ ਲੱਗੇ ਵੀ ਕੀ ਉਹਨਾਂ ਦੇ ਰੂਪ ਹੁੰਦੇ ਆ, ਕੀ ਆਕਾਰ ਨੇ, ਤਾਂ ਜੋ ਪਤਾ ਲੱਗੇ। ਤੇ ਕਹਿੰਦੇ ਵੀ ਨਹੀਂ ਇਸ ਦੇ ਨਾਲ ਤਾਂ ਕੰਮ ਖਰਾਬ ਹੁੰਦਾ ਆ। ਹੁਣੇ ਥੋੜੇ ਦਿਨ ਪਹਿਲਾਂ ਇਹਨੇ ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਵੀਡੀਓ ਜਾਰੀ ਕੀਤੀ ਸੀਗੀ ਵੀ ਫੈਸਟੀਵਲਸ ਦਾ ਸੀਜ਼ਨ ਆ ਰਿਹਾ, ਵੀ ਜੇ ਕੋਈ ਹਿੰਦੂਆਂ ਦੇ ਖਿਲਾਫ ਜੇ ਕੋਈ ਬੋਲਦਾ ਆ, ਵੀ ਇਹ ਕਮਾਲ ਦੀ ਗੱਲ ਆ ਵੀ ਕਿਹੜਾ ਜਿਹੜੇ ਹਿੰਦੂਆਂ ਦੇ ਉਲਟ ਜਿਹੜੀ ਆ ਕੋਈ ਕਾਰਵਾਈਆਂ ਜਿਹੜੀਆਂ ਉਹ ਕਰ ਰਿਹਾ ਆ। ਬਾਕੀ ਜਿਹੜੇ ਨਾਲ ਰਹਿੰਦੇ ਆ ਜਿਹੜੇ ਸਿੱਖ ਆ ਜਾਂ ਹੋਰ ਆ, ਜਿਹੜੇ ਤਾਂ ਪਹਿਲੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਸ਼ਿਕਾਰ ਆ, ਉਹਨਾਂ ਦੇ ਹੱਕ 'ਚ ਕਦੋਂ ਵੀਡੀਓ ਬਣਾਉਣੀ ਆ? ਉਹਨਾਂ ਦੇ ਹੱਕ ਦੇ ਵਿੱਚ ਤੂੰ ਕਦੋਂ ਬੋਲਣਾ ਆ? ਕੀ ਉਹ ਤੇਰੇ ਇੱਥੇ ਸਿਟੀਜ਼ਨ ਨਹੀਂ ਆ? ਕੀ ਉਹ ਇੱਥੇ ਰਹਿੰਦੇ ਆ? ਕੀ ਉਹਨਾਂ ਦੀ ਜਿਹੜੀ ਸੁਰੱਖਿਆ ਦਾ ਤੇਰੇ ਉੱਤੇ ਕੋਈ ਭਾਰ ਨਹੀਂ ਹੈ, ਜਾਂ ਕੋਈ ਜ਼ਿੰਮੇਵਾਰੀ ਜਿਹੜੀ ਇਸ ਦੇ ਵਿੱਚ ਨਹੀਂ ਹੈਗੀ? ਸੋ ਜੈਫ ਰੋਜ਼ਨ ਦੀ ਜਿਹੜੀ ਚਿੱਠੀ ਲਿਖੀ ਗਈ ਇਸ ਦੇ ਉਲਟ, ਉਹ ਚਿੱਠੀ ਦੇ ਵਿੱਚ ਪੈਰਾਗ੍ਰਾਫ ਹਰਜੋਤ ਸਿੰਘ ਜੀ ਸੇਮ ਨੇ ਜਿਹੜੇ ਅਮਰੀਕਨ ਫਾਰ ਹਿੰਦੂਜ਼ ਨੇ ਜਿਹੜੇ ਚਿੱਠੀ ਜਿਹੜੀਆਂ ਉਹ ਲਿਖਦੇ ਰਹੇ ਆ। ਤੇ ਉਹੀ ਗਰੁੱਪ ਆ ਜਿਹਨੇ ਜੈਫ ਰੋਜ਼ਨ ਨੂੰ ਉਹਦੇ ਪੋਲੀਟੀਕਲ ਐਕਸ਼ਨ ਕਮੇਟੀ ਦੇ ਵਿੱਚ $4000 ਦੀ ਜਿਹੜੀ ਡੋਨੇਸ਼ਨ ਵੀ ਜਿਹੜੀ ਉਹ ਦਿੱਤੀ ਸੀ। ਸੋ ਇਹ ਹੁਣ 1+1 ਆਪੇ ਜਿਹੜਾ ਤੁਸੀਂ ਕਰਕੇ ਜਿਹੜਾ ਤੁਸੀਂ ਦੇਖ ਸਕਦੇ ਆ। ਹਿੰਦੂ ਫਾਰ ਅਮਰੀਕਨ ਨੇ ਜਿਹੜੀ ਚਿੱਠੀ ਇਸ ਨੂੰ 22 ਮਾਰਚ ਨੂੰ ਲਿਖੀ, ਰੋਜ਼ਨ ਨੇ ਉਹੀ ਪੈਰਾਗ੍ਰਾਫ ਚੱਕ ਕੇ ਆਪਣੀ ਜਿਹੜੀ ਲੈਟਰ ਦੇ ਵਿੱਚ ਲਿਖ ਕੇ ਅੱਗੇ ਜਿਹੜਾ ਆ ਇਸ ਬਿੱਲ ਦੇ ਉਲਟ ਜਿਹੜੀ ਚਿੱਠੀ ਦੇ ਵਿੱਚ ਆਪਣੇ ਸਾਈਨ ਕਰਕੇ ਜਿਹੜਾ ਉਹ ਅੱਗੇ ਘੱਲ ਦਿੱਤਾ ਹੈਗਾ ਆ। ਸੋ ਜਿਹੜੇ ਜੈਫ ਰੋਜ਼ਨ ਆ ਉਹਨਾਂ ਨੇ ਸੇਮ ਪੈਰਾਗ੍ਰਾਫ ਯੂਜ਼ ਕੀਤਾ। ਇੱਕ ਹਿੰਦੂ ਬੀਬੀ ਗੀਤਾ ਸਕੰਦ ਜੋ ਵਾਈਸ ਪ੍ਰੈਜ਼ੀਡੈਂਟ ਆ ਕਮਿਊਨੀਕੇਸ਼ਨ ਫਾਰ ਅਮਰੀਕਨ ਫਾਰ ਹਿੰਦੂਜ਼, ਤੇ ਉਹ ਕਹਿੰਦੀ ਆ ਭਈ ਉਹਨੇ ਸਿੰਗਲ ਆਊਟ ਕੀਤਾ ਸਿੱਖਾਂ ਨੂੰ। ਕਹਿੰਦੀ ਭਈ ਲੀਡ ਸਪਾਂਸਰ ਕੌਣ ਹੈ ਇਸ ਬਿੱਲ ਦਾ, SB 509 ਦਾ? ਕਹਿੰਦੀ ਭਈ ਪ੍ਰੋ ਖਾਲਿਸਤਾਨੀ ਸਪੋਰਟਿੰਗ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ। ਉਹ ਜਸਮੀਤ ਕੌਰ ਬੈਂਸ ਨੂੰ ਪ੍ਰੋ ਖਾਲਿਸਤਾਨੀ ਕਹਿ ਰਹੀ ਹੈਗੀ ਆ। ਤੇ ਉਹ ਕਹਿੰਦੀ ਆ ਭਈ ਇਹ ਐਂਟੀ ਹਿੰਦੂ ਬਿੱਲ ਜਿਹੜਾ SB 403 ਲਾਸਟ ਈਅਰ ਵੀ ਸਪਾਂਸਰ ਕੀਤਾ ਸੀ। ਕਹਿੰਦੇ ਵੀ ਐਂਟੀ ਹਿੰਦੂ ਜਿਹੜਾ ਬਿੱਲ ਸੀਗਾ, ਤੇ ਇਹ ਕਹਿੰਦੀ ਭਈ ਕਿਸ ਤਰ੍ਹਾਂ ਛੋਟੇ ਜਿਹੇ ਕਹਿੰਦੀ ਸਮਾਲ ਗਰੁੱਪ ਆਫ ਖਾਲਿਸਤਾਨੀਜ਼ ਐਂਡ ਇਸਲਾਮਿਸਟ ਕਿਸ ਤਰ੍ਹਾਂ ਡਿਸਟਰੋਏ ਕਰ ਰਹੇ ਆ ਇਕਨੋਮਿਕਲੀ ਰਿਚ, ਅਕੈਡਮਿਕਲੀ ਸਮਾਰਟੈਸਟ ਤੇ ਪੋਲੀਟੀਕਲੀ ਡੰਮੈਸਟ ਕਮਿਊਨਿਟੀ ਇਨ ਦਾ USA। ਸੋ ਉਹ ਸਿੱਖਾਂ ਨੂੰ ਸਿਰਫ ਟਰੱਕ ਡਰਾਈਵਰ ਹੀ ਸਮਝ ਰਹੇ ਆ। ਇਹ ਨਾ ਤੁਸੀਂ ਕਈ ਵਾਰੀ ਫਿਰ ਜਦੋਂ ਪੰਜਾਬੀ ਮੀਡੀਆ ਗੱਲ ਕਰਦਾ ਨਾ ਉਹਦੇ ਦੁਆਲੇ ਹੋ ਜਾਂਦੇ, ਤੁਸੀਂ ਉਹਨਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਵੀ ਆਹ ਜੀ ਕੀ ਬੋਲਤਾ, ਆਹ ਕਰਤਾ। ਪਰ ਬਾਹਰ ਨਿਕਲ ਕੇ ਦੇਖੋ ਵੀ ਲੋਕ ਤੁਹਾਨੂੰ ਸਮਝ ਕੀ ਰਹੇ ਹੈਗੇ ਆ, ਤੁਹਾਡੇ ਉਲਟ ਕਹਿ ਕੀ ਰਹੇ ਹੈਗੇ ਆ। ਇਹ ਤੁਹਾਨੂੰ ਜਿਹੜੀਆਂ ਚਿੱਠੀਆਂ ਉਹਨਾਂ ਨੇ ਲਿਖੀਆਂ ਗਵਰਨਰ ਨੂੰ, ਉਹਨਾਂ ਦੇ ਵਿੱਚ ਲਿਖਿਆ ਗਿਆ ਆ। ਸੈਕਰਾਮੈਂਟੋ ਬੀ ਨੇ ਮੈਂਸ਼ਨ ਕੀਤੀਆਂ ਚਿੱਠੀਆਂ। ਸੋ ਪੜ੍ਹਿਓ ਜ਼ਰੂਰ ਆਰਟੀਕਲ ਵੀ ਤੁਹਾਡੇ ਬਾਰੇ ਜਿਹੜੇ ਇਹ ਹਿੰਦੂ ਅਮਰੀਕਨ ਆਰਗੇਨਾਈਜੇਸ਼ਨਸ ਆ ਉਹ ਕੀ ਸੋਚ ਰਹੀਆਂ, ਤੇ ਕੀ ਉਹ ਜਿਹੜੇ ਇੱਥੇ ਦੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਦੱਸ ਰਹੀਆਂ ਹੈਗੀਆਂ, ਕੀ ਸਮਝਦੀਆਂ ਡਾਕਟਰ ਬੈਂਸ ਵਰਗੀਆਂ ਨੂੰ। ਜੇ ਇੱਕੋ ਇੱਕ ਸਿੱਖ ਬੀਬੀ ਸਾਡੀ ਜਿਹੜੀ ਜਿੱਤੀ ਹੋਈ ਜਸਮੀਤ ਕੌਰ ਬੈਂਸ ਆ, ਉਹ ਸਿੱਖਾਂ ਦੀ ਗੱਲ ਕਰਦੀ ਹੈਗੀ, ਇਕੱਲੀ ਸਿੱਖਾਂ ਦੀ ਨਹੀਂ, ਅਮਰੀਕਨ ਸਿਟੀਜ਼ਨਸ ਦੀ ਗੱਲ ਕਰਦੀ, ਉਹਨਾਂ ਦੀ ਸੇਫਟੀ ਦੀ ਗੱਲ ਕਰਦੀ ਆ, ਉਹਨੂੰ ਜਿਹੜਾ ਕਿਸ ਤਰ੍ਹਾਂ ਇਹ ਲੇਬਲ ਕਰਦੇ ਆ ਵੀ ਇਹ ਜੀ ਖਾਲਿਸਤਾਨੀ ਆ, ਟੈਰਰਿਸਟ ਤੱਕ ਵੀ ਉਹਨੂੰ ਕਹਿ ਚੁੱਕੇ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪੋਲੀਟੀਸ਼ੀਅਨ ਜਿਹੜੇ ਸਿੱਖਾਂ ਨਾਲ ਹਮਦਰਦੀ ਰੱਖਦੇ ਸੀ, ਉਹਨਾਂ ਨੂੰ ਈਵਨ ਉੱਥੇ ਤੇ ਜਿਹੜੇ ਜਸਟਿਨ ਟਰੂਡੋ ਤੱਕ ਨੂੰ ਇਹਨਾਂ ਨੇ ਖਾਲਿਸਤਾਨੀ ਕਿਹਾ ਹੈਗਾ। ਸੋ ਇਹ ਤੁਹਾਡੇ ਨਾਲ ਵਾਪਰਿਆ। ਕਹਿੰਦੇ ਭਈ ਜਿਹੜੀ ਹਿੰਦੂ ਕਮਿਊਨਿਟੀ ਆ ਬਹੁਤ ਰਿਚ ਹੈਗੀ ਆ ਤੇ ਬਹੁਤ ਪੜ੍ਹੀ ਲਿਖੀ ਆ, ਤੇ ਇਹਨਾਂ ਨੂੰ ਇਹ ਜਿਹੜੇ ਅਨਪੜ੍ਹ ਲੋਕ ਹੈਗੇ ਆ, ਇਹ ਜਿਹੜੇ ਆ ਖਾਲਿਸਤਾਨੀ ਤੇ ਜਿਹੜੇ ਇਸਲਾਮਿਸਟ ਹੈਗੇ ਆ, ਉਹ ਉਹਨਾਂ ਨੂੰ ਜਿਹੜੇ ਡਰਾ ਧਮਕਾ ਰਹੇ ਹੈਗੇ ਆ।
ਇਹ ਇਦਾਂ ਦੀਆਂ ਚਿੱਠੀਆਂ ਉਹਨਾਂ ਨੇ ਲਿਖੀਆਂ ਹੈਗੀਆਂ, ਤੇ ਜਿਹੜਾ ਸਾਡਾ ਸੈਂਟਾ ਕਲਾਰਾ ਕਾਉਂਟੀ ਦਾ ਡਿਸਟ੍ਰਿਕਟ ਅਟਾਰਨੀ ਆ, ਉਹ ਉਹਨਾਂ ਦੀ ਜਿਹੜਾ ਸਪੋਰਟ ਕਰ ਰਿਹਾ ਉਹ ਹੈਗਾ। ਸੇਮ ਉਹੀ ਪੈਰਾਗ੍ਰਾਫ ਲਿਖ ਕੇ ਅੱਗੇ ਘੱਲ ਰਿਹਾ ਆ, ਉਸ ਚੀਜ਼ ਦੇ ਉਲਟ ਜੀ ਜਿਹੜੇ ਪੈਰਾਗ੍ਰਾਫ ਜਿਹੜੇ ਉਦਾਂ ਦੇ ਜਿਹੜੇ ਲਿਖ ਕੇ ਇਹ ਘੱਲ ਰਿਹਾ। ਸੋ ਤੁਸੀਂ ਆਪ ਅੰਦਾਜ਼ਾ ਜਿਹੜਾ ਉਹ ਲਾ ਲਓ ਵੀ ਇਹ ਕੀ ਜਿਹੜਾ ਉਹ ਕਰ ਰਹੇ ਆ। ਇਹ ਡਾਕਟਰ ਜਸਮੀਤ ਬੈਂਸ ਨੂੰ ਐਂਟੀ ਹਿੰਦੂ ਲੈਜਿਸਲੇਟਰ ਕਹਿ ਰਹੀ ਆ, ਇਹ ਜਿਹੜੀ ਸਿਕੰਦ ਆ ਇਸ ਦੇ ਵਿੱਚ। ਇਹਦੇ ਮੈਨੂੰ ਲੱਗਦਾ ਆਪਣੇ ਦਿਮਾਗ ਦੇ ਵਿੱਚ ਕੁਝ ਹੋਰ ਭਰਿਆ ਪਿਆ ਆ, ਇਹਨੇ ਕੁਝ ਖਾ ਪੀ ਵੱਧ ਘੱਟ ਜਿਹੜਾ ਉਹ ਲਿਆ, ਇਦਾਂ ਦੀਆਂ ਪੁੱਠੀਆਂ ਸਿੱਧੀਆਂ ਜਿਹੜੀਆਂ ਅਨਾਪ ਸ਼ਨਾਪ ਜਿਹੜੀਆਂ ਉਹ ਗੱਲਾਂ ਇਸ ਦੇ ਵਿੱਚ ਲਿਖ ਰਹੀ ਆ। ਸੋ ਪਹਿਲੀ ਸਿੱਖ ਅਮਰੀਕਨ ਲੈਜਿਸਲੇਟਰ ਆ ਡਾਕਟਰ ਬੈਂਸ, ਤੇ ਉਹਦੇ ਉਲਟ ਇਸ ਤਰੀਕੇ ਦਾ ਜਿਹੜਾ ਉਹ ਲਿਖਣਾ, ਪ੍ਰੋ ਖਾਲਿਸਤਾਨੀ ਸਪੋਰਟਿੰਗ ਅਸੈਂਬਲੀ ਵੂਮਨ ਜਿਹੜਾ ਉਹ ਉਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਉਹ ਕਹਿਣਾ, ਇਸ ਤਰੀਕੇ ਵਿੱਚ ਇਹਨਾਂ ਨੂੰ ਕਿਉਂ ਇੰਨੀ ਪੀੜ ਜਿਹੜੀ ਹੋ ਰਹੀ ਆ? ਕਿਉਂਕਿ ਇਹ ਆਪ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉਦਾਹਰਨ ਨੇ, ਇਹ ਰੂਪ ਨੇ। ਜਦੋਂ ਤੁਸੀਂ ਇੱਕ ਇਲੈਕਟਿਡ ਅਫੀਸ਼ੀਅਲਸ ਨੂੰ ਇਸ ਤਰੀਕੇ ਦੇ ਨਾਲ ਇਹ ਜਿਹੜਾ ਤੁਸੀਂ ਬੋਲ ਰਹੇ ਆ, ਉਹਨਾਂ ਨੂੰ ਡਰਾਉਂਦੇ ਆ, ਧਮਕਾਉਂਦੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਜਦੋਂ ਕਾਸਟ ਬਿੱਲ ਵਾਲਾ ਰੌਲਾ ਪਿਆ ਸੀਗਾ, ਤਾਂ ਇਹਦੇ ਆਫਿਸ ਦੇ ਵਿੱਚ, ਡਾਕਟਰ ਬੈਂਸ ਦੇ ਆਫਿਸ ਦੇ ਵਿੱਚ ਨਹੀਂ ਪਹੁੰਚ ਗਏ ਸੀਗੇ, ਤੂੰ ਸਪੋਰਟ ਨਾ ਕਰ ਇਸ ਚੀਜ਼ ਦੇ ਜਿਹੜਾ ਉਲਟ ਜਿਹੜਾ ਹੋਵੇ। ਤੇ ਇੱਥੋਂ ਤੱਕ ਕਿ ਜਿਹੜੀਆਂ ਧਮਕੀਆਂ ਤੱਕ ਵੀ ਜਿਹੜੀਆਂ ਉਹਨਾਂ ਨੂੰ ਮਿਲੀਆਂ ਸੀਗੀਆਂ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਤੇ ਜਿਹੜਾ ਤੁਸੀਂ ਦੇਖੋ ਵੀ ਜਿਹੜੇ ਅਮਰੀਕਨ ਅਖਬਾਰ ਆ, ਅਮਰੀਕਾ ਦੇ ਅਖਬਾਰ ਕਿੰਨੀ ਹਮਦਰਦੀ ਕਰ ਰਹੇ ਆ ਸਿੱਖਾਂ ਦੇ ਨਾਲ। ਸੈਕਰਾਮੈਂਟੋ ਬੀਚ ਕਿੰਨਾ ਵਧੀਆ ਆਰਟੀਕਲ ਜਿਹੜਾ ਜੋ ਰੂਬਨ ਨੇ ਲਿਖਿਆ। ਸੋ ਇਸ ਆਰਟੀਕਲ 'ਚ ਅੱਗੇ ਜਾ ਕੇ ਲਿਖਦਾ ਵੀ ਪਿਛਲੇ ਸਾਲ ਜਿਹੜਾ ਇਹ ਬਿੱਲ ਫੇਲ ਹੋ ਗਿਆ ਸੀ, ਉਸ ਨੂੰ ਦੁਬਾਰਾ ਕੀ ਫਿਰ ਰਿਵਾਈਵ ਕਰਨ ਦੇ ਲਈ ਜਕਾਰਾ ਮੂਵਮੈਂਟ ਵੱਲੋਂ 350 ਮੀਲ ਸਿਵਲ ਰਾਈਟਸ ਮਾਰਚ ਜਿਹੜਾ ਆ ਬੇਕਰਫੀਲਡ ਤੋਂ ਲੈ ਕੇ ਸੈਕਰਾਮੈਂਟੋ ਤੱਕ ਕੱਢਿਆ ਗਿਆ, ਜਿਹਦੇ ਵਿੱਚ ਜੈਨੋਸਾਈਡ ਜਿਹੜਾ ਸਿੱਖਾਂ ਦਾ ਹੋਇਆ ਸੀ ਉਹਦੇ ਬਾਰੇ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਗਿਆ। ਕਹਿੰਦੇ ਵੀ ਇਸ ਆਰਟੀਕਲ 'ਚ ਅੱਗੇ ਜਾ ਕੇ ਲਿਖਦੇ ਵੀ ਕਿਸ ਤਰ੍ਹਾਂ ਨੈਣਦੀਪ ਸਿੰਘ ਜਿਹੜੇ ਜਕਾਰਾ ਮੂਵਮੈਂਟ ਦੇ ਹੈੱਡ ਹੈਗੇ ਆ, ਜਿਹੜੇ ਅੱਜ ਕੱਲ ਹੁਣ ਫ੍ਰਿਜ਼ਨੋ ਸਿਟੀ ਕੌਂਸਲ ਦੇ ਵੀ ਕੈਂਡੀਡੇਟ ਆ, ਜਿਨ੍ਹਾਂ ਦੀ ਆਰਗੇਨਾਈਜੇਸ਼ਨ ਨੇ, ਜਿਨ੍ਹਾਂ ਨੇ ਖੁਦ ਜਸਵੰਤ ਸਿੰਘ ਖਾਲੜਾ ਪਾਰਕ ਦਾ ਨਾਮ ਜਿਹੜਾ ਰਖਵਾਇਆ, ਜਸਵੰਤ ਸਿੰਘ ਖਾਲੜਾ ਸ਼ਹੀਦ ਜਿਹੜੇ ਹੈਗੇ ਆ ਉਹਨਾਂ ਦੇ ਨਾਂ ਦੇ ਉੱਤੇ ਸਕੂਲ ਦਾ ਨਾਂ ਰਖਵਾਇਆ, ਉਹ ਤੁਹਾਡੇ ਸਾਹਮਣੇ ਹੈਗਾ, ਜਿਹੜੀਆਂ ਆਰਗੇਨਾਈਜੇਸ਼ਨ ਸਿੱਖਾਂ ਦੇ ਲਈ ਕੰਮ ਕਰ ਰਹੀਆਂ। ਸੋ ਉੱਥੇ ਦੇ ਜਿਹੜੇ ਪੁਲਿਸ ਚੀਫ ਆ, ਉਸ ਨੂੰ ਹਿੰਦੂ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਮਿਲੀਆਂ ਜਾ ਕੇ ਵੀ ਇਹ ਜਿਹੜਾ ਨੈਣਦੀਪ ਸਿੰਘ ਆ, ਇਹ ਇੱਕ ਜਿਹੜਾ ਆ ਅੱਤਵਾਦੀ ਆ, ਆਰਗੇਨਾਈਜ਼ ਕ੍ਰਾਈਮ ਦੇ ਨਾਲ ਅਲਾਈਨਡ ਹੈਗਾ ਆ। ਦੇਖ ਲਓ ਤੁਸੀਂ ਹਿਸਾਬ ਲਾ ਲਓ ਵੀ ਇਹ ਕਿੱਥੇ ਕਿੱਥੇ ਤੁਹਾਡੀਆਂ ਜਿਹੜੀਆਂ ਜੜਾਂ ਵੱਢਣ ਦੇ ਲਈ ਜਿਹੜੇ ਉਹ ਜਾ ਰਹੇ ਆ, ਤੇ ਆਪਣੇ ਜਿਹੜੇ ਧੂਤੇ ਆ ਉਹ ਜਿਹੜੇ ਕੰਮ ਕਰ ਰਹੇ ਹੁੰਦੇ ਉਹਨਾਂ ਦੇ ਦੁਆਲੇ ਗਾਲਾਂ ਕੱਢਣ ਲੱਗੇ ਹੁੰਦੇ। ਉਹਨਾਂ ਜਾਂ ਜਿਹੜਾ ਮੀਡੀਆ ਆ, ਜਿਹੜਾ ਤੁਹਾਨੂੰ ਸਾਡੇ ਵਰਗਾ ਪੰਜਾਬੀ ਮੀਡੀਆ ਤੁਹਾਨੂੰ ਸਹੀ ਖਬਰ ਸੁਣਾਉਂਦਾ, ਤੁਸੀਂ ਸਾਡੇ ਦੁਆਲੇ ਲੱਗੇ ਰਹਿੰਦੇ ਆ। ਸੋ ਇਹ ਜਿਹੜਾ ਪੁਲਿਸ ਚੀਫ ਆ, ਇਹ ਪੁਲਿਸ ਚੀਫ ਉਹਨਾਂ ਨੂੰ ਇਦਾਂ ਦੇ ਹੀ ਹਰਜੋਤ ਸਿੰਘ ਜੀ ਧੂਤੇ ਚਾਹੀਦੇ ਹੁੰਦੇ ਆ ਨਾ, ਵੀ ਜਿਹੜੇ ਆਪਣਿਆਂ ਦੀਆਂ ਜਿਹੜੀਆਂ ਉਹ ਜੜਾਂ ਵੱਢਣ ਦੇ ਵਿੱਚ ਮਦਦ ਜਿਹੜੀ ਉਹ ਕਰਨ। ਉਹਨਾਂ ਨੂੰ ਇਦਾਂ ਦੇ ਪਿੱਛ ਲੱਗੂ ਲੋਕ ਜਿਹੜੇ ਚਾਹੀਦੇ ਹੁੰਦੇ ਆ ਵੀ ਹਾਂ ਇਹਨਾਂ ਦੇ ਥਰੂ ਇਹਨਾਂ ਜਿਹੜੇ ਸੱਚ ਬੋਲਦੇ ਆ ਉਹਨਾਂ ਦੀਆਂ ਲੱਤਾਂ ਜਿਹੜੀਆਂ ਉਹ ਖਿਚਵਾਈਆਂ ਜਾਣ। ਪਰ ਚਲੋ ਕੋਈ ਨਹੀਂ, ਤੁਸੀਂ ਕਰੀ ਚੱਲੋ ਜੋ ਤੁਸੀਂ ਕਰਨਾ ਹੈ, ਪਰ ਆਪਾਂ ਤਾਂ ਹਮੇਸ਼ਾ ਜਿਹੜਾ ਸੱਚ ਦਾ ਹੋਕਾ ਦਿੰਦੇ, ਜਿਹੜਾ ਇਸ ਦੇ ਵਿੱਚ ਰਹਿਣਾ ਆ। ਅਕਲ ਨੂੰ ਹੱਥ ਮਾਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਜੋ ਇਸ ਤਰੀਕੇ ਦੇ ਨਾਲ ਕਰਦੇ ਆ। ਆਪਾਂ ਤਾਂ ਹਮੇਸ਼ਾ ਇਹੀ ਕਹਿੰਦੇ ਹੁੰਦੇ ਆ ਵੀ ਭਾਈ ਸਿਰ ਪਾੜਨ ਦਾ ਨਹੀਂ, ਸਿਰ ਜੋੜਨ ਦਾ ਮੌਕਾ ਹੁੰਦੇ ਆ, ਇਹੋ ਜਿਹੇ ਬਾਰ-ਬਾਰ ਨਹੀਂ ਆਉਣੇ। 12 ਤਰੀਕ ਤੱਕ ਦਾ ਵਕਤ ਆ ਗਵਰਨਰ ਨਿਊਸਮ ਦੇ ਕੋਲ, ਤੇ ਹੁਣ ਇਹ ਨਹੀਂ ਪਤਾ ਵੀ ਉਹਨੇ ਸਾਈਨ ਕਰਤੇ ਆ ਜਾਂ ਨਹੀਂ ਕਰਤੇ। ਅਜੇ ਤੱਕ ਕੋਈ ਪਬਲਿਕਲੀ ਉਹਨੇ ਕੁਝ ਜਿਹੜਾ ਉਹ ਨਹੀਂ ਦੱਸਿਆ, ਪਰ ਲਾਸਟ ਇਹ ਹਮਲਾ ਆ, ਮਾਰ ਲਓ। ਜਿਹੜੇ ਵੀ ਲੋਕ ਹੈਗੇ ਨੇ ਜਿਨ੍ਹਾਂ ਨੇ ਅਜੇ ਤੱਕ ਸਾਈਨ ਨਹੀਂ ਕੀਤੇ ਇਸ ਬਿੱਲ ਦੇ ਉੱਤੇ, ਉਹ ਜਲਦੀ ਤੋਂ ਜਲਦੀ ਇਸ ਪਟੀਸ਼ਨਾਂ ਦੇ ਉੱਤੇ ਜਿਹੜਾ ਸਾਈਨ ਕਰੋ ਤੇ ਗਵਰਨਰ ਦੇ ਅਖੀਰਲੇ ਇਹਨਾਂ ਦਿਨਾਂ ਦੇ ਵਿੱਚ ਝੜੀ ਲਾ ਦਿਓ। ਜੀ ਹਰਜੋਤ ਸਿੰਘ ਜੀ। ਸੋ ਜਿਹੜਾ ਆਰਟੀਕਲ ਆ ਉਹਦੇ ਚ ਅੱਗੇ ਜਾ ਕੇ ਉਹ ਜਿਹੜੇ ਉੱਥੇ ਦੇ ਸਾਬਕਾ ਪੁਲਿਸ ਚੀਫ ਆ ਪੈਕੋ ਵੈਲਡਰਾਮਾ, ਉਹ ਕਹਿੰਦੇ ਵੀ ਜਦੋਂ ਮੈਨੂੰ ਨੈਣਦੀਪ ਸਿੰਘ ਬਾਰੇ ਦੱਸਿਆ ਗਿਆ ਤੇ ਮੈਂ ਬਹੁਤ ਹੈਰਾਨ ਹੋਇਆ, ਕਿਉਂਕਿ ਉਹ ਕਹਿੰਦੇ ਵੀ ਇਹ ਤਾਂ ਸਿੱਖ ਕਮਿਊਨਿਟੀ ਚ ਇੰਨਾ ਇਨਵੋਲਵ ਆ ਤੇ ਸਾਨੂੰ ਹਮੇਸ਼ਾ ਮਿਲਦਾ ਰਹਿੰਦਾ ਆ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹਨਾਂ ਨੇ ਪਿਛਲੀ ਵਾਰੀ ਇੱਕ ਜਿਹੜਾ ਮਿਲਪੀਟਸ ਪੁਲਿਸ ਦਾ ਚੀਫ ਆ, ਜਿਹੜਾ ਮੇਰੇ ਸ਼ਹਿਰ ਦਾ ਚੀਫ ਹੈਗਾ, ਉਹਨੂੰ ਮਿਲ ਕੇ ਉਹ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਤੇ ਜਕਾਰਾ ਮੂਵਮੈਂਟ ਰਲ ਕੇ ਜਿਹੜੀ ਆ ਇਹ ਬਹੁਤ ਐਕਸਪੈਂਡ ਹੋ ਰਹੀ ਹੈਗੀ ਆ, ਹਿੰਦੂਆਂ ਨੂੰ ਬਹੁਤ ਜ਼ਿਆਦਾ ਖਤਰਾ ਹੈਗਾ। ਕਿੰਨੀ ਜ਼ਿਆਦਾ ਝੂਠੀ ਜਿਹੜੀ ਆ ਇਨਫੋਰਮੇਸ਼ਨ ਉਹ ਨਹੀਂ, ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਵੀ ਉਹਦੇ ਜਿੱਤਣ ਨਾਲ ਹੀ ਕਿਤੇ ਮਰਨ ਲੱਗ ਜਾਣੇ ਆ ਕਿਤੇ ਹਿੰਦੂ। ਇੱਥੋਂ ਤੱਕ ਵੀ ਗੱਲਾਂ ਜਿਹੜੀਆਂ ਉਹ ਹੋਈਆਂ ਆ। ਜਿਹੜੀ ਤਸਵੀਰ ਆ ਇੱਕ ਕੌਨਫੀਡੈਂਸ਼ੀਅਲ ਸੋਰਸ ਤੋਂ ਬਾਅਦ ਦੇ ਵਿੱਚ ਸਾਹਮਣੇ ਜਿਹੜੀ ਉਹ ਆਈ, ਜਿਨ੍ਹਾਂ ਲੋਕਾਂ ਨੇ ਦੋ ਜਿਹੜੇ ਲੋਕਲ ਜਿਹੜੇ ਸਿੱਖ ਲੀਡਰ ਆ, ਜਿਨ੍ਹਾਂ ਚ ਨੈਣਦੀਪ ਸਿੰਘ ਇੱਕ ਸੀ, ਉਹਨਾਂ ਨੂੰ ਟੈਰਰਿਜ਼ਮ ਦੇ ਜਿਹੜੇ ਖਤਰੇ ਦੇ ਰੂਪ ਦੇ ਵਿੱਚ ਪੇਸ਼ ਕੀਤਾ ਮੇਅਰ ਜੈਰੀ ਡਾਇਰ ਦੇ ਜਿਹੜਾ ਉਹ ਸਾਹਮਣੇ, ਤੇ ਉਸ ਟਾਈਮ ਦੇ ਉੱਤੇ ਪੁਲਿਸ ਚੀਫ ਪਾਕੋ ਬੈਲਡਰਾਮਾ ਦੇ ਜਿਹੜਾ ਉਹ ਮੋਹਰੇ। ਸੋ ਉਹ ਜਿੱਦਾਂ ਤੁਸੀਂ ਦੱਸ ਰਹੇ ਕਹਿੰਦੇ ਵੀ ਪੁਲਿਸ ਚੀਫ ਨੇ ਕਿਹਾ ਯਾਰ ਇਹ ਬੜੀ ਹੈਰਾਨ ਵਾਲੀ ਗੱਲ ਆ ਵੀ ਉਹ ਤਾਂ ਅਪਸਟੈਂਡਿੰਗ ਮੈਂਬਰ ਆ,
ਕਮਿਊਨਿਟੀ ਦਾ। ਉਸ ਟਾਈਮ ਦੇ ਉੱਤੇ ਸਕੂਲ ਬੋਰਡ ਦੇ ਉੱਤੇ ਸੀਗਾ ਨੈਨਦੀਪ ਸਿੰਘ, ਜਿਸ ਟਾਈਮ ਦੇ ਉੱਤੇ ਇਹਨਾਂ ਨੇ ਆਹ ਜਿਹੜੀ ਤੋਹਮਤ ਜਿਹੜੀ ਇਸ ਦੇ ਵਿੱਚ ਜੀ ਲਗਾਈ, ਜਿਹੜੀ ਉਹ ਹੈਗੀ ਆ ਸਿਟੀ ਹਾਲ ਨੈਸ਼ਨਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਹ ਪ੍ਰੈਜ਼ੀਡੈਂਟ ਵੀ ਰਹੇ ਹੈਗੇ ਆ ਨੈਨਦੀਪ ਸਿੰਘ ਹੈਗੇ ਜੀ ਅਜੇ ਵੀ ਨੇ ਜੀ, ਇਸ ਟਾਈਮ ਬਿਲਕੁਲ ਵੀ। ਜੀ। ਸੋ ਜਸਮੀਤ ਬੈਂਸ ਜੋ ਆਪਣੇ ਅਸੈਂਬਲੀ ਵੂਮਨ ਆ, ਉਹ ਉਹਨਾਂ ਨੇ ਆਰਟੀਕਲ 'ਚ ਉਹਨਾਂ ਦਾ ਜਦੋਂ ਵਿਊ ਪੁਆਇੰਟ ਪੁੱਛਿਆ ਗਿਆ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਗਵਰਨਰ ਨੂੰ ਬੇਨਤੀ ਕਰਦੀ ਆ ਵੀ ਇਸ ਬਿੱਲ ਨੂੰ ਸਾਈਨ ਕਰੋ ਤਾਂ ਕਿ ਜਿਹੜਾ ਕੈਲੀਫੋਰਨੀਆ ਆ ਉਹ ਇੱਕ ਤਰ੍ਹਾਂ ਨਾਲ ਲੀਡ ਦੇਵੇ ਪੂਰੇ ਅਮਰੀਕਾ ਦੇ ਵਿੱਚ, ਪਈ ਅਸੀਂ ਕੈਲੀਫੋਰਨੀਆ ਦੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੀ ਸੇਫਟੀ ਦੇ ਲਈ ਬਹੁਤ ਜ਼ਿਆਦਾ ਕੰਸਰਨ ਹੈਗੇ ਆ। ਸੋ ਹੁਣ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਆਪੋਜੀਟ ਜਿਹੜੇ ਲੈਟਰ ਲਿਖੇ ਹੈਗੇ ਆ, ਉਹਨਾਂ ਨੂੰ ਕੰਟੈਕਟ ਕਰਨਾ ਚਾਹੀਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਲੈਟਰ ਜਿਹੜਾ ਆ ਉਹ ਹੁਣ ਜੋ ਆਪਣੇ ਜੈਫ ਰੋਜ਼ਨ ਹੈਗੇ ਆ, ਕਾਉਂਟੀ ਆਫ ਸੈਂਟਾ ਕਲਾਸ ਡਿਸਟ੍ਰਿਕਟ ਅਟਾਰਨੀ, ਉਹਨਾਂ ਨੂੰ ਸਿੱਖ ਆਰਗੇਨਾਈਜੇਸ਼ਨਸ ਨੇ ਲਿਖਿਆ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਤੇ ਡਿਸਕਸ ਕਰਨਾ ਚਾਹੁੰਦੇ ਹੈਗੇ ਆ। ਗੁਰਦੁਆਰਾ ਸਾਹਿਬ ਫਰੀਮੌਂਟ ਵਾਲੇ ਵੀ ਆ, ਉਹਦੇ ਚ ਗੁਰਦੁਆਰਾ ਸਾਹਿਬ ਮਿਲਪੀਟਰਸ, ਸਿੱਖ ਅਮਰੀਕਨ ਲੀਗਲ ਡਿਫੈਂਸ ਫੰਡ ਵਾਲੇ, ਅਮਰੀਕਨ ਸਿੱਖ ਕਾਕਸ ਕਮੇਟੀ ਵਾਲੇ, ਜਕਾਰਾ ਮੂਵਮੈਂਟ ਵਾਲੇ, ਸਿੱਖ ਕੋਲੀਸ਼ਨ ਵਾਲੇ, ਇਹ ਆਰਗੇਨਾਈਜੇਸ਼ਨਸ ਨੇ ਸਤੰਬਰ 30 ਨੂੰ ਹੁਣ ਲੈਟਰ ਲਿਖਿਆ ਵੀ ਅਸੀਂ ਤੁਹਾਡਾ ਜਿਹੜਾ ਵਿਚਾਰ ਆ, ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਗਈ ਆ ਤੇ ਉਹ ਮਿਲ ਕੇ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਆ। ਸੋ ਅਸੀਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਹਮੇਸ਼ਾ ਹੀ ਜੋ ਵੀ ਕੌਮ ਦੀ ਗੱਲ ਹੁੰਦੀ ਆ ਉਹ ਕਰਦੇ ਰਹਿੰਦੇ, ਚਾਹੇ ਕੁਝ ਵੀ ਹੋਵੇ। ਤੁਹਾਨੂੰ ਬੇਨਤੀ ਕਰਦੇ ਆ ਵੀ ਭਾਈ ਜਿਨ੍ਹਾਂ ਨੇ ਹਜੇ ਵੀ ਨਹੀਂ ਸਾਈਨ ਕੀਤੇ, ਜਾਂ ਜਿਹੜਾ ਕੋਈ ਵੀ ਵਲੰਟੀਅਰ ਕਰ ਸਕਦਾ ਇਸ ਵੀਕਐਂਡ ਦੇ ਵਿੱਚ ਵੀ ਆਪਣੇ ਆਪਣੇ ਗੁਰੂ ਘਰ ਦੇ ਵਿੱਚ, ਜ਼ਰੂਰੀ ਨਹੀਂ ਹੈ ਕੋਈ ਬੱਚਾ ਵੀ ਹੋ ਸਕਦਾ, ਉੱਥੇ ਟੇਬਲ ਲਾਓ, ਟੇਬਲ ਲਾ ਕੇ ਜਿਹੜੇ ਸਾਈਨ ਕਰਾਣੇ ਹੈਗੇ ਆ ਆਨਲਾਈਨ ਹੀ ਆ, ਇਹ ਕਿਸੇ ਦੇ ਕੋਲ ਇਨਫੋਰਮੇਸ਼ਨ ਨਹੀਂ ਜਾਣੀ, ਸਿੱਧੀ ਜਿਹੜੀ ਆ ਗਵਰਨਰ ਦੇ ਆਫਿਸ ਜਾਣੀ ਆ। ਤੁਸੀਂ ਆਪਣੇ ਫੋਨ ਤੋਂ ਹੀ ਕਰ ਸਕਦੇ ਹੋ ਸਕੈਨ ਕਰਕੇ, ਤੁਹਾਨੂੰ ਤੇ ਹੋਰ ਹਰਜੋਤ ਸਿੰਘ ਜੀ, ਉਹ ਜ਼ਰੂਰਤ ਨਹੀਂ ਹੈ। ਚਿੱਠੀ ਵੀ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਆ ਵੀ ਜਿਹੜੀ ਚਿੱਠੀ ਲਿਖੀ ਗਈ ਆ ਥੋੜੇ ਦਿਨ ਪਹਿਲਾਂ ਜੈਫ ਰੋਜ਼ਨ ਜਿਹੜਾ ਹੋਣਾ ਨੂੰ, ਅਮਰੀਕਨ ਸਿੱਖ ਕਾਕਸ ਕਮੇਟੀ, ਜਕਾਰਾ ਮੂਵਮੈਂਟ, ਸਿੱਖ ਅਮਰੀਕਨ ਲੀਗਲ ਡਿਫੈਂਸ, ਐਜੂਕੇਸ਼ਨ ਫਾਊਂਡੇਸ਼ਨ, ਸਿੱਖ ਕੋਲੀਸ਼ਨ, ਸਾਰਿਆਂ ਨੇ ਮਿਲ ਕੇ ਜਿਹੜੀ ਆਪੋਜੀਸ਼ਨ ਵਾਲੀ ਜਿਹੜੀ ਇਹਨਾਂ ਦੀ ਚਿੱਠੀ ਲਿਖੀ ਸੀ ਉਸ ਦੇ ਬਾਬਤ ਇਹਨਾਂ ਨੇ ਜਿਹੜਾ ਉਹ ਲਿਖਿਆ ਆ। ਤੇ ਕਹਿੰਦੇ ਵੀ ਅਸੀਂ ਬਾਰ-ਬਾਰ ਜਿਹੜਾ ਉਹ ਦੱਸ ਰਹੇ ਆ ਵੀ ਜਿਹੜੇ ਸਿੱਖ ਅਮਰੀਕਨਸ ਆ ਫਿਜ਼ੀਕਲੀ ਅਟੈਕ ਹੋ ਰਹੇ ਉਹਨਾਂ ਦੇ ਰਿਲੀਜੀਅਸ ਤੇ ਪੋਲੀਟੀਕਲ ਵਿਊਜ਼ ਦੇ ਲਈ, ਤੇ ਉਹ ਸਿੱਧੇ ਟਰੇਸ ਹੁੰਦੇ ਆ ਇੰਡੀਆ ਦੇ ਜਿਹੜੇ ਉਹ ਨਾਲ ਜਾ ਕੇ ਵਿੱਚ ਉਹਨਾਂ ਨੇ ਉਹ ਵੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਭੂਸ਼ਣ ਅਠਾਲੇ ਜਿਹੜਾ 26 ਮਹੀਨੇ ਦੀ ਹੁਣ ਸਜ਼ਾ ਕੱਟ ਰਿਹਾ ਫੈਡਰਲ ਪ੍ਰਿਜ਼ਨ ਨਿਊ ਜਰਸੀ 'ਚ, ਕਿਉਂਕਿ ਉਹਨੇ ਸਿੱਖ ਅਮਰੀਕਨ ਆਰਗੇਨਾਈਜੇਸ਼ਨ ਨੂੰ ਧਮਕੀਆਂ ਜਿਹੜੀਆਂ ਦਿੱਤੀਆਂ ਸੀਗੀਆਂ, ਵਾਇਸਮੇਲ ਜਿਹੜੀਆਂ ਉਹ ਛੱਡੀਆਂ ਜਿਹੜੀਆਂ ਉਹ ਸੀਗੀਆਂ। ਕਹਿੰਦੇ ਵੀ ਇਹ ਕੋਈ ਨਵੀਂ ਚੀਜ਼ ਨਹੀਂ ਆ। ਥੋੜੇ ਦਿਨ ਪਹਿਲਾਂ ਹੀ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਸਟਾਕਟਨ ਨੂੰ ਇਸੇ ਤਰੀਕੇ ਦੀਆਂ ਜਿਹੜੀਆਂ ਧਮਕੀਆਂ ਆ ਇਹ ਆਈਆਂ ਸੀ। ਇਹ ਜੂਨ ਮਹੀਨੇ ਦੇ ਵਿੱਚ 2025 ਦੀ ਜਿਹੜੀ ਗੱਲ ਆ, 19 ਜੂਨ ਦੀ, ਉਹ ਜਿਹੜੀਆਂ ਸਾਰੀਆਂ ਚੀਜ਼ਾਂ। ਸੋ ਇਹ ਸਾਰੀਆਂ ਚੀਜ਼ਾਂ ਜੈਫ ਰੋਜ਼ਨ ਨੂੰ ਜਿਹੜੀਆਂ ਇਸ ਟਾਈਮ ਜਿਹੜੀਆਂ ਉਹ ਚਿੱਠੀ ਦੇ ਰੂਪ ਦੇ ਵਿੱਚ ਘੱਲੀਆਂ ਗਈਆਂ ਆ। ਗੁਰਦੁਆਰਾ ਸਾਹਿਬ ਫਰੀਮੌਂਟ, ਅਮਰੀਕਨ ਸਿੱਖ ਕਾਕਸ ਕਮੇਟੀ, ਜਕਾਰਾ ਮੂਵਮੈਂਟ, ਸਿੱਖ ਕੋਲੀਸ਼ਨ, ਸੈਲਡੈਫ, ਸਿੰਘ ਸਭਾ ਗੁਰਦੁਆਰਾ ਮਲਪੀਟਸ, ਇਹਨਾਂ ਸਾਰਿਆਂ ਨੇ ਮਿਲ ਕੇ ਜਿਹੜੀ ਉਹ ਚਿੱਠੀ ਲਿਖੀ ਆ ਵੀ ਭਾਈ ਤੁਹਾਨੂੰ ਗੁੱਡ ਫੇਥ ਦੇ ਵਿੱਚ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਤੇ ਕਹਿੰਦੇ ਵੀ ਸਾਨੂੰ ਅਫਸੋਸ ਆ ਵੀ ਤੁਸੀਂ ਅਪੋਜ਼ ਕਰ ਰਹੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਇਸ ਬਿੱਲ ਨੂੰ, ਪਰ ਇਸ ਬਿੱਲ ਦੇ ਪਾਸੇਜ ਜਿਹੜਾ ਹੋ ਚੁੱਕਾ ਆ ਤੇ ਜੇ ਸਾਈਨ ਹੋਊਗਾ ਲਾ ਦੇ ਨਾਲ, ਇਹਦੇ ਨਾਲ ਵੀ ਕੈਲੀਫੋਰਨੀਅਨਸ ਨੂੰ ਸੁਰੱਖਿਆ ਜਿਹੜੀ ਇਸ ਦੇ ਵਿੱਚ ਪ੍ਰਦਾਨ ਹੋਵੇਗੀ, ਮਿਲੇਗੀ ਤੇ ਭਰੋਸਾ ਵਧੂਗਾ ਲਾ ਐਨਫੋਰਸਮੈਂਟ ਦੇ ਉੱਤੇ। ਪਰ ਤੁਹਾਡੀ ਲਾ ਐਨਫੋਰਸਮੈਂਟ ਦਾ ਵੱਲੋਂ ਜਿਹੜੀ ਉਲਟ ਕੰਮ ਜਿਹੜਾ ਚੱਲ ਕੇ ਮਾੜੀ ਗੱਲ ਆ। ਤੇ ਜ਼ਰੂਰ ਇਨਫੈਕਟ ਉਹਨਾਂ ਨੇ ਗੁਜ਼ਾਰਿਸ਼ ਹੀ ਆ ਵੀ ਭਾਈ ਤੁਹਾਨੂੰ ਜਿਹੜੀ ਇਸ ਦੇ ਵਿੱਚ ਫਿਰ ਵੀ ਜਿਹੜਾ ਸਪੋਰਟ ਆ ਉਹ ਕਰਨੀ ਜਿਹੜੀ ਉਹ ਚਾਹੀਦੀ ਆ। ਹੁਣ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਜੈਫ ਰੋਜ਼ਨ ਨੇ ਉਹਨੇ ਮੁਲਾਕਾਤ ਕੀਤੀ ਹੈ ਜਾਂ ਨਹੀਂ ਕੀਤੀ, ਜਾਂ ਪਤਾ ਨਹੀਂ ਕਿਹੜੇ ਗੁਰੂ ਘਰ ਵਾਲਿਆਂ ਨਾਲ ਉਹਨੇ ਮੁਲਾਕਾਤ ਜਿਹੜੀ ਉਹ ਕੀਤੀ ਹੋਊਗੀ। ਇਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਦੇਖਣ ਵਾਲੀਆਂ ਆ। ਪਰ ਜੈਫ ਰੋਜ਼ਨ ਨੇ ਤਕਰੀਬਨ 7-8 ਪੇਜ ਦਾ ਜਿਹੜਾ ਇੱਕ ਕਾਫੀ ਵੱਡਾ ਆਰਟੀਕਲ ਸੈਕਰਾਮੈਂਟੋ ਬੀਚ ਲਿਖ ਕੇ ਸਵਾਲ ਜਿਹੜਾ ਗੈਵਨ ਨਿਊਸਮ ਦੇ ਉੱਤੇ ਜਿਹੜਾ ਉਹ ਛੱਡਿਆ ਵੀ ਕੀ ਗੈਵਨ ਨਿਊਸਮ ਇਹ ਬਿੱਲ ਨੂੰ ਸਾਈਨ ਕਰਦਾ ਆ ਜਾਂ ਨਹੀਂ ਕਰੂਗਾ, ਖਾਸ ਕਰਕੇ ਉਦੋਂ ਜਦੋਂ ਕੈਲੀਫੋਰਨੀਅਨਸ ਨੂੰ ਪ੍ਰੋਟੈਕਟ ਕਰਨ ਦੀ ਗੱਲ ਆ ਰਹੀ ਆ ਫੋਰਨ ਗਵਰਨਮੈਂਟਸ ਦੇ ਦੁਆਰਾ ਜਿਨ੍ਹਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਲੈਟਸ ਸੀ ਕੀ ਜਿਹੜਾ ਹਰਜੋਤ ਸਿੰਘ ਜੀ ਬਣਦਾ। ਤੇ ਜਿੱਦਾਂ ਤੁਸੀਂ ਕਿਹਾ ਵੀ ਕੋਸ਼ਿਸ਼ ਅਖੀਰਲੀ ਜਿਹੜਾ ਹਮਲਾ ਆ ਉਹ ਆਪਣੇ ਵੱਲੋਂ ਜਿਹੜਾ ਆਪਾਂ ਜ਼ਰੂਰ ਮਾਰ ਦੇਈਏ ਜੀ। ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸੋ ਅਕਤੂਬਰ 1 ਦਾ ਇਹ ਆਰਟੀਕਲ ਆ, ਸੈਕਰਾਮੈਂਟੋ ਬੀਚ will Gavin Newsom sign will to protect Californians targeted by foreign governments। ਸੋ ਜੋ ਰੂਬਨ ਨੂੰ ਜ਼ਰੂਰ ਤੁਸੀਂ ਈਮੇਲ ਵੀ ਕਰ ਸਕਦੇ ਆ, ਘੱਟੋ ਘੱਟ ਅਗਲੇ ਦੀ ਐਪਰੀਸ਼ੀਏਸ਼ਨ ਤਾਂ ਕਰੋ ਨਾ ਵੀ ਹਾਂ ਵੀ ਤੂੰ ਯਾਰ ਕੋਈ ਤਾਂ ਬੰਦਾ ਤੁਹਾਡੇ ਹੱਕ ਦੇ ਵਿੱਚ ਆਇਆ, ਇੰਨੇ ਬੋਲਡ ਹੋ ਕੇ ਜਿਹੜਾ ਆਰਟੀਕਲ ਲਿਖਿਆ। ਸੈਕਰਾਮੈਂਟੋ
ਜਿਹੜੀ ਤੁਹਾਡੇ ਹੱਕ ਦੇ ਵਿੱਚ ਆਈ ਆ, ਸਬਸਕ੍ਰਿਪਸ਼ਨ ਲਵਾਓ। ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਲੱਗੇ ਵੀ ਯਾਰ ਪੜ੍ਹਦੇ ਵੀ ਹੈਗੇ ਆ ਸਿੱਖ ਜਿਹੜੇ ਸੈਕਰਾਮੈਂਟੋ ਵੀ ਜਿਨ੍ਹਾਂ ਦੇ ਹੱਕ 'ਚ ਅਸੀਂ ਆਰਟੀਕਲ ਲਿਖ ਰਹੇ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਆ ਇਸ ਵੀਕਐਂਡ ਸ਼ਨਿਚਰਵਾਰ ਤੇ ਸ਼ਨੀਵਾਰ ਨੂੰ ਤਿਆਰਾਵਿਨ ਰੋਡ ਦੇ ਉੱਤੇ ਜਿਹੜੇ ਯੁਬਾ ਸਿਟੀ ਗੁਰਦੁਆਰਾ ਜਿੱਥੇ ਸਾਹਿਬ ਆ ਨਗਰ ਕੀਰਤਨ ਹੁੰਦਾ। ਜੀ ਹਾਂ, ਉੱਥੇ ਜਿੱਥੇ ਨਗਰ ਕੀਰਤਨ ਹੋਣੇ ਹੈਗੇ ਆ ਨਵੰਬਰ ਦੇ ਵਿੱਚ ਉੱਥੇ ਜਿਹੜਾ ਉਹਨਾਂ ਨੇ ਸਿਗਨੇਚਰ ਕਰਾਣੇ ਹੈਗੇ ਆ, ਸਿਗਨੇਚਰ ਡਰਾਈਵ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਉੱਥੇ ਹੈਲਪ ਕਰੂਗੇ। ਸਤਨਾਮ ਸਿੰਘ ਹੁਣੀ ਉੱਥੇ ਹੋਣਗੇ। ਬਾਕੀ ਵੀ ਰਾਜਪਾਲ ਸੰਧੂ ਹੁਣੀ ਬੇਕਰਫੀਲਡ ਵੱਖ-ਵੱਖ ਗੁਰੂ ਘਰਾਂ 'ਚ ਸਾਈਨ ਕਰਵਾਉਂਦੇ ਰਹਿੰਦੇ ਆ। ਜਸਪਾਲ ਸਿੰਘ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬਰਾੜਸ਼ਾਹ ਗੁਰੂ ਘਰ ਤੇ ਹੋਰ ਸੈਕਰਾਮੈਂਟੋ ਇੰਦਰਜੀਤ ਹੋਣਾ ਨੇ ਇੱਥੇ ਫ੍ਰੈਜ਼ਨੋ ਇਲਾਕੇ 'ਚ ਬਹੁਤ ਮਿਹਨਤ ਕੀਤੀ ਆ। ਉਹਨਾਂ ਨੇ ਵੀ ਕਈ ਗੁਰੂ ਘਰਾਂ 'ਚ ਜਿਹੜੇ ਉੱਥੇ ਸਾਈਨ ਕਰਾਏ ਆ। ਸੋ ਜੇ ਹੋਰ ਵੀ ਥਾਵਾਂ ਦੇ ਉੱਤੇ ਸਾਈਨ ਹੋ ਰਹੇ ਆ ਤਾਂ ਉਹ ਜ਼ਰੂਰ ਜਿਹੜਾ ਦੱਸੋ ਤੇ ਜਿਹੜਾ ਰਹਿ ਗਿਆ ਭਾਈ ਵਕਤ, ਕਿਉਂਕਿ ਸਮਾਂ ਬਹੁਤ ਆ। 12 ਤਰੀਕ ਬਹੁਤ ਘੱਟ ਆ। 12 ਤਰੀਕ ਸਮਾਂ ਤੋਂ ਬਹੁਤ ਘੱਟ ਪਹਿਲਾਂ ਆ ਗਵਰਨਰ ਨੇ ਜਾਂ ਸਾਈਨ ਕਰਨੇ ਜਾਂ ਰਿਜੈਕਟ ਕਰਨੇ ਆ ਜਾਂ ਸੋ ਵੀਟੋ ਆਹੀ ਕਰਨਾ ਜਾਂ weekend ਆ ਸਾਈਨ। ਆਪਣੇ ਕੋਲ। ਬਿਲਕੁਲ ਆਹੀ ਵੀਕਐਂਡ ਆ ਲਾਸਟ ਜ਼ੋਰ ਜਿਹੜਾ ਉਹ ਲਾਉਣ ਦਾ। ਹੋ ਸਕਦਾ ਵੀ ਉਹ ਇਸੇ ਵੀਕਐਂਡ ਤੇ ਕੋਈ ਫੈਸਲਾ ਲੈ ਲਵੇ, ਅਗਲੇ ਵੀਕ ਦੇ ਵਿੱਚ ਲੈ ਲਵੇ। ਉਹ ਜ਼ਰੂਰੀ ਆ। ਸੋ ਉਮੀਦ ਰੱਖ ਕੇ ਜਿਹੜਾ ਉਹ ਚੱਲਣਾ ਤੇ ਆਪਾਂ ਕੋਸ਼ਿਸ਼ ਜਿਹੜੀ ਉਹ ਵੱਧ ਤੋਂ ਵੱਧ ਕਰਨੀ। ਨਹੀਂ ਤਾਂ ਫਿਰ ਰਿਜ਼ਲਟ ਤੁਹਾਡੇ ਸਾਹਮਣੇ ਹੀ ਆ, ਤੁਹਾਨੂੰ ਪਤਾ ਹੀ ਆ। ਫਿਰ ਛਿੱਤਰ ਖਾਈ ਜਾਓ, ਫਿਰ ਹੋਰ ਉੱਥੇ ਕੀ ਆ, ਫਿਰ ਅਖੀਰ 'ਚ ਇਹੀ ਕਹਿਣਾ ਪੈਣਾ, ਫਿਰ ਹੋਰ ਕੀ ਆ। ਫਿਰ ਰਾਜਕਰਮੀਤ ਸਿੰਘ ਜੀ, ਜੱਗੀ ਜੌਲ ਨੂੰ 8 ਸਾਲ ਹੋ ਗਏ ਆ ਭਾਰਤ ਦੀ ਜੇਲ੍ਹ ਦੇ ਵਿੱਚ। ਪਿਛਲੇ ਕੁਝ ਮਹੀਨੇ ਪਹਿਲਾਂ ਮੋਗਾ ਦੀ ਜਿਹੜੀ ਡਿਸਟ੍ਰਿਕਟ ਕੋਰਟ ਆ ਉਹ ਕੇਸ ਵੀ ਡਿਸਮਿਸ ਕਰਤੇ ਸੀ। ਉੱਥੇ ਦੀ ਸਰਕਾਰ ਵੀ ਬਦਲ ਚੁੱਕੀ ਆ, ਇੰਗਲੈਂਡ ਦੀ ਨਵੇਂ ਪ੍ਰਾਈਮ ਮਿਨਿਸਟਰ ਵੀ ਆ ਚੁੱਕੇ ਆ। ਕਿੰਨਾ ਉੱਥੇ ਜਿਹੜਾ ਰੌਲਾ ਪਾ ਚੁੱਕੇ ਵੀ ਯਾਰ ਬੰਦਾ ਛਡਾਓ, ਤੁਸੀਂ ਇੰਨੇ 8 ਸਾਲ ਹੋ ਗਏ ਬਿਨਾਂ ਕਿਸੇ ਕਾਰਨ ਤੇ ਤੁਸੀਂ ਜੇਲ੍ਹ 'ਚ ਦਿੱਤਾ ਹੋਇਆ ਆ। ਪਰ ਜਦੋਂ ਫਿਰ ਆਪਾਂ ਇਕੱਠੇ ਨਹੀਂ ਹੁੰਦੇ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ। ਅੰਮ੍ਰਿਤਪਾਲ ਦਾ ਕੇਸ ਆ, ਸਿੱਖ ਸਿਆਸੀ ਕੈਦੀ ਕਿੰਨੇ ਨੇ ਉੱਥੇ ਤੋਂ, ਮਤਲਬ ਉੱਥੇ ਤਾਂ ਪਤਾ ਹੀ ਆ ਵੀ ਉੱਥੇ ਜੋ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਉਹ ਤਾਂ ਉਹਦੇ ਵਿੱਚ ਤਾਂ ਕੋਈ ਦੋ ਰਾਏ ਰਹਿ ਨਹੀਂ ਗਈ ਤੇ ਲੋਕੀ ਅਜੇ ਵੀ ਕਹਿੰਦੇ ਵੀ ਨਹੀਂ ਜੀ ਸਾਨੂੰ ਤਾਂ ਉੱਥੇ ਬਰਾਬਰ ਦੇ ਅਧਿਕਾਰ ਨੇ। ਸੋ ਇਹ ਚੀਜ਼ਾਂ ਜਿਹੜੀਆਂ ਅਜੇ ਵੀ ਲੋਕ ਆ ਉਹ ਸੋਚੀ ਜਾਂਦੇ ਨੇ। ਤੇ ਹਰਜੋਤ ਸਿੰਘ ਜੀ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ ਤੇ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।